ठीक ठाक, आप सुनाएं। बस ठीक। इंटरव्यू उर्दू च करिए या पंजाबी च करिए? पंजाबी सही है जी। पंजाबी च ठीक है। हाँ जी। अच्छा जी, कोई तारफ कराओ फिर अपना, ਤੁਹਾਡਾ ਕੀ ਨਾਂ है? मेरा नाम मोहम्मद इरफान है जी। अच्छा। मैं तकरीबन 14 साल तो इत्थे सऊदी अरब। सऊदी अरब 14 साल। 14 साल भी है। अच्छा, उम्र कितनी है? उम्र मेरी है 38 साल 38 साल चो 14 साल ਕੱਢ ਦਈਏ ਤੇ ਬਾਕੀ ਕਿੰਨੇ ਰਹਿ ਗਏ? 24 ਸਾਲ। जी। ਯਾਨੀ 24 साल। 24 ਸਾਲ ਦੇ ਤੁਸੀਂ ਆ ਗਏ ਉੱਥੇ। हाँ जी, 24 साल तो आ गए। ਅੱਛਾ, ਤੇ ਕਿੰਨੇ ਭੈਣ ਭਾਈ ਹੋ ਤੁਸੀਂ? ਅਸੀਂ 7 ਭੈਣ ਭਾਈ ਹਾਂ। 7 ਭੈਣ ਭਾਈ ਦੇ ਵਿੱਚੋਂ ਤੁਸੀਂ ਵੱਡੇ ਹੋ ਸਾਰਿਆਂ ਤੋਂ ਜਾਂ ਛੋਟੇ ਹੋ? ਨਹੀਂ, ਮੇਰੇ ਤੋਂ ਵੱਡੀਆਂ 3 ਭੈਣਾਂ, ਚੌਥੇ ਨੰਬਰ ਤੇ ਮੈਂ। ਚੌਥੇ ਨੰਬਰ ਤੇ ਤੁਸੀਂ, ਯਾਨੀ ਭਰਾਵਾਂ ਚੋਂ ਵੱਡੇ ਹੋ ਜੀ, ਤੁਸੀਂ? ਭਰਾਵਾਂ ਤੋਂ ਵੱਡੇ। ਭਰਾਵੇਂ ਤੋਂ ਵੱਡੇ ਤੇ ਬਾਕੀ ਛੋਟੇ ਨੇ। ਹਾਂਜੀ। ਅੱਛਾ ਅੱਛਾ। ਤੇ ਇਰਫਾਨ ਕਿਵੇਂ ਇਹ 14 ਸਾਲ ਗੁਜ਼ਰ ਗਏ ਪਰਦੇਸ ਵਿੱਚ? ਬਸ 14 ਸਾਲ ਜੀ ਮਿਹਨਤ ਮੁਸ਼ੱਕਤ ਵਿੱਚ ਹੀ ਗੁਜ਼ਰ ਗਏ ਨੇ। ਹਾਂ। ਤੇ ਜਦੋਂ ਇੱਥੇ ਆਏ ਹਾਂ ਉਸ ਟਾਈਮ ਫਿਰ ਆ ਕੇ ਜੋ ਕੰਮ 'ਚ ਲੱਗੇ ਆ, ਆਪਣੀ ਮਿਹਨਤ ਕਰਦੇ ਕਰਦੇ ਤੇ ਕੋਈ ਪਤਾ ਨਹੀਂ ਲੱਗਿਆ, ਪਤਾ ਹੀ ਨਹੀਂ ਲੱਗਾ। ਜ਼ਿੰਦਗੀ ਦਾ ਇੱਕ ਹਿੱਸਾ ਗੁਜ਼ਰ ਗਿਆ ਇਸੇ ਤਰ੍ਹਾਂ ਹੀ। ਨਹੀਂ ਤੇ ਉੱਥੇ ਪਾਕਿਸਤਾਨ ਪਹਿਲੇ ਨਹੀਂ ਸੀ ਕੰਮ ਕਰਦੇ ਉੱਥੇ ਮਤਲਬ? ਪਾਕਿਸਤਾਨ ਪਹਿਲੇ ਬਸ ਥੋੜਾ ਬਹੁਤਾ ਕੰਮ ਕਰਦੇ ਸੀ। ਮੇਰੇ ਵਾਲਾ ਸਾਹਿਬ ਇੱਥੇ ਹੁੰਦੇ ਸੀ ਉਹ ਬਸ। ਅੱਛਾ, ਵਾਲੇ ਸਾਹਿਬ ਵੀ ਤੁਹਾਡੇ ਇੱਥੇ ਹੀ ਹੁੰਦੇ ਸਨ? ਜੀ। ਉਹਨਾਂ ਨੇ ਕਿਤਨੇ ਸਾਲ ਗੁਜ਼ਾਰੇ? ਤਕਰੀਬਨ 30 ਸਾਲ ਕੱਢੇ। 30 ਸਾਲ ਉਹਨਾਂ ਨੇ ਪਰਦੇਸ ਕੱਟ ਲਏ ਜੀ। ਤੇ 14 ਸਾਲ ਤੁਹਾਡੇ ਹੋ ਗਏ, ਯਾਨੀ 44 ਸਾਲ ਹੋ ਗਏ। ਜੀ। ਤੁਹਾਡੀ ਨਸਲ ਨੇ, ਤੁਹਾਡੇ ਵਾਲਿਦ ਨੇ ਤੁਹਾਡੀ ਉਮਰ ਮਿਲਾ ਕੇ ਤੁਹਾਡੇ ਵਾਲਿਦ ਸਾਹਿਬ ਨੂੰ ਜਿੰਨੀ ਉਹ ਕਰਾਇਆ ਤੇ ਜੀ 44 ਸਾਲ ਹੋ ਗਏ ਤੁਹਾਡੇ ਪਰਦੇਸ ਵਿੱਚ। ਜੀ। ਤੇ ਕੀ ਪਲਾਨ ਹੈ ਵੀ ਅੱਗੇ ਵਾਪਸ ਨਹੀਂ ਜਾਣਾ ਕਿ ਇੱਥੇ ਹੀ ਰਹਿਣਾ ਸਾਰੀ ਉਮਰ? ਕੀ ਕਰਨਾ? ਪਲਾਨ ਤਾਂ ਫਿਰ ਆਦਮੀ ਕਰਦਾ ਹੈ ਜੀ, ਬੰਦਾ ਜੀ ਕਿ ਜਾਣ ਦੇ ਬਾਰੇ ਸੋਚਦਾ ਆਪਣੇ ਹਾਲਾਤ ਵਗੈਰਾ ਦੇਖ ਕੇ। ਅੱਜ ਕੱਲ੍ਹ ਮੁਲਕ ਦੇ ਹਾਲਾਤ ਵੀ ਕੋਈ ਨਹੀਂ ਹੈਗੇ ਇਸ ਤਰ੍ਹਾਂ ਕਿ ਵੀ ਬੰਦਾ ਜਾ ਕੇ ਉੱਥੇ ਕੁਝ ਕਾਰੋਬਾਰ ਕਰ ਸਕਦਾ। ਇਸ ਵਾਸਤੇ ਵੀ ਸੋਚਿਆ ਵੀ ਕਿ ਇੱਥੇ ਚਲੋ ਜਿਹੜਾ ਹੈ ਆਪਣੀ ਰੋਜ਼ੀ ਵਗੈਰਾ ਚਲਾ ਰਹੇ ਹਾਂ। ਕੋਈ ਹਾਲਾਤ ਸਹੀ ਹੋਣ ਤਾਂ ਫਿਰ ਬੰਦਾ ਪਿੱਛੇ ਜਾਂਦਾ ਲੱਗਦਾ ਨਾ ਜੀ। ਸਹੀ ਹੈ, ਠੀਕ ਹੈ। ਬਸ ਇਨਸ਼ਾਅੱਲਾ ਕਿ ਟਰਾਈ ਹੈ ਜੀ। ਇਰਫਾਨ ਫਿਰ ਇੱਥੇ ਬੱਚਤ ਕਿਵੇਂ ਕਰਦੇ ਹੋ? ਕੀ ਤਰੀਕਾ ਬੱਚਤ ਕਰਨ ਦਾ? ਕੀ ਕਰਦੇ ਹੋ ਤੁਸੀਂ? ਬੱਚਤ ਇਸੇ ਤਰ੍ਹਾਂ ਹੀ ਨਹੀਂ ਜੀ ਕਿ ਅਸੀਂ ਕੋਈ 4 ਬੰਦੇ ਹੈ ਰਲ ਕੇ ਕਿਹੜਾ ਖਾਣਾ ਖਾਂਦੇ ਆ। ਅੱਛਾ। ਪਹਿਲਾਂ ਤਾਂ ਅਸੀਂ ਪੁੱਛੀਦਾ ਵੀ ਹਾਂ ਵੀ ਕਿੰਨੀ ਕੁ ਰੋਟੀ ਖਾਣੀ ਹੈ। ਅੱਛਾ। ਹਾਂਜੀ, ਵੀ ਉਸ ਹਿਸਾਬ ਨਾਲ ਅਸੀਂ ਵੀ ਕਿਹੜਾ ਨਾ ਜੀ ਉਹ ਰੋਟੀ ਲੈ ਕੇ ਆਈ ਦੀ ਵੀ ਜ਼ਾਇਆ ਨਾ ਹੋਵੇ। ਅੱਛਾ। ਕਿ ਵੀ ਆਪਣਾ ਪੂਰੇ ਹੋਵੇ, ਜ਼ਾਇਆ ਨਾ ਹੋਵੇ, ਕਿ ਸਿੜਨੀ ਨਾ ਪਵੇ। ਤੇ ਇੱਕ ਦਿਨ ਅਸੀਂ ਚੰਗੀ ਸ਼ੈ ਖਾ ਲਈ, 2 ਦਿਨ ਅਸੀਂ ਫਿਰ ਦੂਸਰੀ ਦਾਲ ਬਣਾ ਲਈ ਜੀ ਭਾਵੇਂ। 2 ਦਾਲ ਬਣਾ ਲਈ ਦੀ। ਅੱਛਾ। ਹਾਂਜੀ, ਕਿ ਇਸ ਤਰ੍ਹਾਂ ਕਿ ਵੀ ਆਪਣਾ ਖਰਚਾ ਕਿਹੜਾ ਨਾ ਜੀ ਮੇਨਟੇਨ ਰੱਖੀਦਾ। ਮੇਨਟੇਨ ਰੱਖਣੀ ਦਾ। ਹਾਂਜੀ। ਠੀਕ ਹੈ। ਤੇ ਨਹੀਂ ਇਹ ਨਹੀਂ ਹੁੰਦਾ ਕਿ ਮਤਲਬ ਅੱਜ ਫਲਾਣੀ ਸ਼ੈ ਪਕਾ ਲਈਏ, ਕੋਈ ਕਹੇ, ਕੋਈ ਬੰਦਾ ਵਿੱਚ ਹੁੰਦਾ ਵੀ ਹੈ ਨਾ ਉਹ ਕਹੇ ਕਿ ਲੈ ਵੀ ਅੱਜ ਡੇਲੀ ਮੁਰਗੀ ਪਕਾਓ ਜਾਂ ਫਲਾਣ ਪਕਾਓ, ਤੇ ਫਿਰ ਇੱਦਾਂ ਦੇ ਹੁੰਦੇ ਨੇ ਕੋਈ ਬੰਦੇ ਵਿੱਚ? ਨਹੀਂ, ਇਸ ਤਰ੍ਹਾਂ ਵੀ ਇੱਥੇ ਆ ਕੇ ਉਹ ਹੋ ਜਾਂਦੇ ਨੇ, ਉਸ ਚੱਕਰ 'ਚ ਆ ਜਾਂਦੇ ਨੇ ਜੀ। ਆਪਣਾ ਸਾਰਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਹੁਣ ਕੋਈ ਬਚਾਵਾਂਗੇ ਤਾਂ ਮਗਰ ਚੱਲੇਗਾ। ਜੇ ਅਸੀਂ ਨਹੀਂ ਬਚਾਵਾਂਗੇ ਤਾਂ ਮਗਰਲੇ ਤਾਂ ਭੁੱਖੇ ਮਰ ਜਾਣਗੇ। ਇਸ ਵਾਸਤੇ ਵੀ ਆਪਣੇ ਸ਼ੌਕ ਸਾਰੇ ਨਾਲ ਛੱਡ ਦਿੰਦੇ ਨੇ। ਹਾਂਜੀ। ਤੇ ਬਾਹਰ ਮਤਲਬ ਪਹਿਲੇ ਵੀ ਤੇਰੇ ਕੋਲ ਮੈਂ ਪੁੱਛਿਆ ਕਿ ਬਾਹਰ ਕਿਤੇ ਫਿਰ ਜਿੱਥੇ ਕਿੰਨੇ ਮੁਲਕਾਂ ਦੇ ਲੋਕ ਕੰਮ ਕਰ ਰਹੇ ਨੇ ਤੁਹਾਡੇ ਨਾਲ? ਇੱਥੇ ਸਾਡੇ ਨਾਲ ਫਿਲੀਪੀਨ ਦੇ ਵੀ ਹੈ ਜੀ, ਬੰਗਲਾਦੇਸ਼ ਵੀ ਹੈ, ਇੰਡੀਅਨ ਵੀ ਹੈ, ਪਾਕਿਸਤਾਨੀ ਵੀ ਹੈ, ਮਿਸਰ ਦੇ ਵੀ ਹੈ। ਤੇ ਉਹ ਸਾਰੇ ਇੱਦਾਂ ਦੇ ਇੰਜ ਦੇ ਹੀ ਨੇ? ਕੋਈ ਨਹੀਂ ਜਾਂਦਾ ਬਾਹਰ ਕੋਈ ਫਿਰਨ ਟੁਰਨ ਵਾਸਤੇ, ਜਾਂ ਸਿਰਫ ਪਾਕਿਸਤਾਨੀ ਵਿਚਾਰੇ? ਇਹ ਸਾਡੇ ਪਾਕਿਸਤਾਨੀ ਜ਼ਿਆਦਾ ਨਹੀਂ ਜਾਂਦੇ ਜੀ। ਬਾਕੀ ਦੇ ਤਕਰੀਬਨ ਇੰਡੀਅਨ, ਨੇਪਾਲੀ ਜਾਂਦੇ ਨੇ ਜੀ। ਨੇਪਾਲੀ ਜਾਂਦੇ ਨੇ ਬਾਹਰ ਫਿਰਨ ਟੁਰਨ ਵਾਸਤੇ, ਆਪਣੇ ਤੇ ਪੈਸਾ ਲਾਉਂਦੇ ਨੇ ਉਹ? ਹਾਂਜੀ। ਸਾਡਾ ਇਹ ਹੈ ਵੀ ਅਸੀਂ ਸੋਚ ਲੈਂਦੇ ਵੀ ਨਹੀਂ ਵੀ ਮਗਰਲਿਆਂ ਦਾ ਕੁਝ ਕਰ ਲਈਏ, ਕਿ ਅਸੀਂ ਆਪਣੀ ਜ਼ਿੰਮੇਵਾਰੀਆਂ ਵਾਸਤੇ ਨਾ ਜੀ ਨਸੇ ਰਹੀਦਾ ਵੀ। ਹਰ ਚੀਜ਼ ਆਪਣੀ ਕਿਹੜੀ ਨਾ ਜੀ ਉਸ ਹਿਸਾਬ ਨਾਲ ਜੀ, ਖਾਣ ਪੀਣ ਦਾ ਉਸ ਹਿਸਾਬ ਰੱਖ ਲਿਆ ਜੀ ਅਸੀਂ, ਕਿ ਆਪਣਾ ਕਿੰਨੀ ਲਿਮਿਟ ਅਸੀਂ ਰੱਖੀ ਹੈ ਖਾਣੇ ਪੀਣੇ ਦੀ, ਉਸ ਲਿਮਿਟ ਦੇ ਵਿੱਚ ਰਹਿਣਾ ਹੁੰਦਾ ਜੀ। ਉਸ ਤੋਂ ਬਾਹਰ ਨਹੀਂ ਜਾਣਾ? ਉਸ ਤੋਂ ਬਾਹਰ ਨਹੀਂ ਜਾਂਦੇ। 2 ਦਿਨ ਅਗਰ ਲਗਾਤਾਰ ਕੁੱਕੜੀ ਦਾ ਦਿਲ ਕਰ ਲੱਗੇ ਕੁੱਕੜ ਖਾ ਲਾਂਗੇ? ਹਾਂਜੀ। ਤੇ ਮਗਰ 4 ਦਿਨ ਦਾਲ ਵੀ ਖਾਈਦੀ ਹੈ। 4 ਦਿਨ ਦਾਲ ਵੀ ਖਾਈਦੀ ਹੈ। ਅੱਛਾ। ਨਹੀਂ ਹੁਣ ਯਾਨੀ 14 ਸਾਲ ਹੋ ਗਏ ਨੇ, ਜ਼ਾਹਿਰੀ ਗੱਲ ਜਦੋਂ 14 ਸਾਲ ਪਹਿਲੇ ਆਏ ਹੋਣਾ ਤੇਰਾ ਵਿਆਹ ਤਾਂ ਨਹੀਂ ਹੋਇਆ ਹੋਣਾ? ਜੀ। ਵਿਆਹ ਨਹੀਂ ਸੀ ਹੋਇਆ। ਕਿੰਨੇ ਸਾਲ ਹੋ ਗਏ ਵਿਆਹ ਨੂੰ? ਸ਼ਾਦੀ ਨੂੰ 7 ਸਾਲ ਹੋ ਗਏ। 7 ਸਾਲ ਹੋ ਗਏ। 7 ਸਾਲ 'ਚ ਤੂੰ ਕਿੰਨੇ ਕੁ ਮਤਲਬ ਹਰ ਸਾਲ ਕੰਪਨੀ ਇਜਾਜ਼ਤ ਦਿੰਦੀ ਹਰ ਸਾਲ ਘਰ ਜਾਣ ਦੀ? ਜੀ, 1 ਮਹੀਨੇ ਦੀ ਛੁੱਟੀ ਹਰ ਸਾਲ ਵਿੱਚ। ਤੇ ਯਾਨੀ ਕਿ 7 ਸਾਲਾਂ 'ਚ 7 ਮਹੀਨੇ ਰਹੇ ਆ ਤੇ ਜੀ। ਜ਼ੁਲਮ ਨਹੀਂ? ਇਹ ਤਾਂ ਫਿਰ ਹੈ ਜੀ, ਫਿਰ ਰੋਜ਼ੀ ਦੀ ਖਾਤਰ ਕਰਨਾ ਪੈ ਰਿਹਾ ਜੀ ਨਾ ਜੀ ਸਾਰਾ।
ਨਹੀਂ ਮਤਲਬ ਲੜਾਈ ਨਹੀਂ ਹੁੰਦੀ ਬੇਗਮ ਨਾਲ ਕਿ ਤੂੰ ਕਿੱਧਰ ਆ ਗਿਆ? ਲੜਾਈ ਕਿ ਸਮਝਾਉਣਾ ਪੈਂਦਾ ਜੀ ਉਹਨਾਂ ਨੂੰ, ਫਿਰ ਸਮਝਦਾਰ ਹੋਣ ਤੇ ਸਮਝ ਜਾਂਦੇ ਆ ਫਿਰ। ਅੱਛਾ, ਜੇ ਸਮਝਦਾਰ ਨਾ ਹੁੰਦੇ ਫਿਰ ਤੇ ਉਹ ਆਪਣਾ ਲੜਾਈ ਤੇ ਫਿਰ ਰਹਿੰਦੀ ਹੈ ਜੀ। ਹਾਂ ਸਹੀ ਹੈ, ਠੀਕ ਹੈ। ਨਹੀਂ ਆਪਣਾ ਕੀ ਪਲਾਨ ਹੈ ਮਤਲਬ ਹੁਣ ਕੀ 14 ਸਾਲ ਹੋ ਗਏ, ਇੰਨੀ ਉਮਰ ਗੁਜ਼ਾਰ ਦਿੱਤੀ ਤੇ ਜ਼ਰੂਰਤਾਂ ਤੇ ਫਿਰ ਕਦੀ ਪੂਰੀਆਂ ਹੀ ਨਹੀਂ ਹੋਣੀਆਂ। ਆਸਤਾ ਆਸਤਾ ਹੁਣ ਕੋਈ ਉਧਰ ਆਪਣਾ ਕੋਈ ਸਿਸਟਮ ਬਣਾ ਰਹੇ ਆ। ਠੀਕ ਹੈ ਤੇ ਸੋਚ ਰਹੇ ਹੋ ਕਿ ਫਿਰ ਵਾਪਸ ਚਲੇ ਜਾਓ? ਹਾਂਜੀ। ਅੱਛਾ, ਤੇ ਇਹ ਹੁਣ ਜਿਹੜੇ ਬੰਦੇ ਬਾਹਰ ਪਾਕਿਸਤਾਨ ਹੀ ਬੈਠੇ ਹੁੰਦੇ ਨੇ, ਕਹਿੰਦੇ ਨੇ ਸਾਨੂੰ ਬਾਹਰ ਬੁਲਾ ਲਓ ਤੇ ਅਸੀਂ ਉੱਥੇ ਜਾ ਕੇ ਜਨਾਬ ਪੁੱਠੇ ਪਾ ਲਾਂਗੇ, ਫਰਾਨ ਕਰਾਂਗੇ ਤੇ ਕਰੇ ਕਿ ਸੌਖਾ ਕੰਮ ਹੈ ਇੱਥੇ ਕੰਮ ਕਰਨ? ਇੱਥੇ ਕੰਮ ਕਰਨਾ ਬੜਾ ਔਖਾ ਜੀ। ਇੱਥੇ ਉਹ ਕਿਹੜੇ ਉੱਥੇ ਬਸ ਦੇ ਜੀ ਕੇ ਪੈਸੇ ਕਮਾ ਰਹੇ ਆ। ਇਹ ਨਹੀਂ ਪਤਾ ਕਿਸ ਤਰ੍ਹਾਂ ਕਮਾ ਰਹੇ ਆ। ਕੋਈ ਟਾਈਮ ਟੇਬਲ ਨਹੀਂ ਹੈ ਖਾਣੇ ਪੀਣੇ ਦਾ, ਕੋਈ ਸ਼ੈ ਨਹੀਂ ਹੈ ਆਪਣੇ, ਬਸ ਇਸੇ ਤਰ੍ਹਾਂ ਹੀ ਹੈ। ਉਹ ਸੁਬਾਹ ਸੁੱਤੇ ਹੁੰਦੇ ਅਸੀਂ ਕੰਮ ਤੇ ਜਾ ਰਹੇ ਹੁੰਦੇ, ਉਹ ਸ਼ਾਮ ਨੂੰ ਸੁੱਤੇ ਹੁੰਦੇ ਅਸੀਂ ਕੰਮ ਤੋਂ ਆ ਰਹੇ ਹੁੰਦੇ ਆ। ਕੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਮਤਲਬ 14 ਸਾਲ ਕਿੰਨੀ ਕੁਰਬਾਨੀ ਤੇ ਹਰ ਨਾ ਕੋਈ ਬੰਦਾ ਆਦਮੀ ਖੁਸ਼ੀ 'ਚ ਜਾ ਸਕਦਾ, ਨਾ ਕਿਤੇ ਗਮੀ 'ਚ ਜਾ ਸਕਦਾ। ਬਸ ਇਸੇ ਤਰ੍ਹਾਂ ਹੀ ਹੈ ਨਾ ਜੀ ਕਿ ਆਪਣੇ ਟਾਈਮ ਟੇਬਲ ਨਾਲ ਹੀ ਚੱਲਣਾ ਪੈਂਦਾ ਆਦਮੀ। ਹੁਣ ਸਾਡੇ ਅਸੀਂ ਉਹਨਾਂ ਵਾਸਤੇ ਬਿਲਕੁਲ ਖਤਮ ਹੋਏ ਖਲੋਤੇ ਕਿ ਅਸੀਂ ਨਾ ਕਿਤੇ ਖੁਸ਼ੀ ਵਿੱਚ ਨਾ ਕਿਤੇ ਗਮੀ ਵਿੱਚ। ਮਤਲਬ ਤਾਂ ਛੁੱਟੀ ਜਦੋਂ ਵਾਪਸ ਜਾਇਆ ਸਾਲ ਬਾਅਦ ਕਿਸੇ ਨਾਲ ਬੈਠਾ ਤੇ ਕਿਸੇ ਦਾ ਨਿਆਣਾ ਨਵਾਂ ਹੋ ਗਿਆ, ਉਹ ਵੀ ਤੁਹਾਨੂੰ ਨਹੀਂ ਪਛਾਣਦਾ, ਆਪਣੇ ਭਤਰੀਏ ਭਾਂਜੇ ਉਹ ਵੀ ਤੁਹਾਡੇ ਨਾਲ ਦੋਸਤੀ ਆ। 14 ਸਾਲੇ ਮਹੱਲੇ ਦੇ ਨਿਆਣੇ ਨੂੰ ਪਛਾਣੇ ਜਾਂਦੇ। ਉਹ ਸਹੀ ਗੱਲ, ਉਹ ਜਾ ਹੱਦ ਦਫਾ ਜਾਓ ਤੇ ਨਵੀਂ ਫੌਜ ਬਾਹਰ ਹੋਈ ਹੁੰਦੀ, ਪੁੱਛਣਾ ਪੈਂਦਾ ਕਿਹਦਾ ਨਿਆਣਾ। ਹਾਂਜੀ ਹਾਂ, ਤੇ ਉਹ ਵੀ ਤੁਸੀਂ ਵੀ ਕਹਿ ਦਿੱਤੇ ਕਹਿੰਦਾ ਚਾਚਾ ਨੇ ਕਹਾ ਕਿੱਥੋਂ ਚਾਚਾ ਮੇਰਾ ਹੈ। ਸਹੀ ਹੈ, ਠੀਕ ਹੈ। ਤੇ ਕੀ ਕਹਿੰਦੇ ਨੇ ਕਦੀ ਇੰਜ ਨਹੀਂ ਹੋਇਆ ਕਿ ਯਾਰ ਛੱਡੋ ਯਾਰ ਦਫਾ ਕਰੋ ਚਲੀਏ ਵਾਪਸ? ਇਹ ਹੁੰਦਾ ਜੀ, ਕਈ ਦਫਾ ਹੁੰਦਾ ਜੀ। ਆਦਮੀ ਫਿਰ ਆਪਣਾ ਦੇਖ ਕੇ ਫਿਰ ਦਿਲ ਨੂੰ ਸਮਝਾਉਣਾ ਪੈਂਦਾ ਹੈ। ਦਿਲ ਨੂੰ ਸਮਝਾਉਣਾ ਪੈਂਦਾ। ਹਾਂਜੀ ਹਾਂ, ਕਿ ਜਾ ਕੇ ਕੀ ਕਰਨਾ ਉੱਥੇ। ਅਸੀਂ ਤਾਂ ਉੱਥੇ ਜਾ ਕੇ ਕੋਈ ਕੰਮ ਵੀ ਐਸਾ ਨਹੀਂ ਕਰ ਸਕਦੇ। ਠੀਕ ਹੈ। ਤੇ ਯਾਰ ਬੇਲੀ ਹੈਗੇ ਨੇ ਉੱਥੇ ਅਜੇ ਕਿ ਕੋਈ ਨਹੀਂ? ਹੁਣ ਹੈ ਜੀ ਬਸ ਇਹ ਹੈ ਉਹਨਾਂ ਨਾਲ ਰਾਤ। ਅੱਛਾ, ਇੱਥੇ ਕਿਵੇਂ ਜ਼ਿੰਦਗੀ ਗੁਜ਼ਰਦੀ ਹੈ ਮਤਲਬ ਕੀ ਨਾ ਜਦੋਂ ਸਵੇਰ ਉੱਠਦੇ ਹੋ ਕੀ ਸਾਰੇ ਦਿਨ ਦੀ ਕੀ ਰੂਟੀਨ ਹੁੰਦੀ ਹੈ? ਜ਼ਿੰਦਗੀ ਇੱਥੇ ਕਿਹੜੀ, ਸਵੇਰ ਉੱਠੀਦਾ ਜੀ, ਉੱਠ ਕੇ ਆਪਣਾ ਰੈਡੀ ਹੋ ਕੇ ਕੰਮ ਤੇ ਚੱਲ ਜਾਈਦਾ ਜੀ। ਸ਼ਾਮੀ ਆਈਦਾ ਵੀ ਆ ਕੇ ਨਹਾ ਨੂੰ ਕੇ ਸੌਂ ਜਾਈਦਾ ਜੀ। ਇਹ ਜ਼ਿੰਦਗੀ ਹੈ ਜੀ। ਕਦੀ ਬਾਹਰ ਨਹੀਂ ਗਏ? ਕਦੇ ਕੋਈ ਸਿਨੇਮਾ ਚਲੇ ਗਏ ਜਾਂ ਕਿਤੇ? ਇੰਨਾ ਟਾਈਮ ਹੀ ਨਹੀਂ ਹੁੰਦਾ। ਕਦੀ ਹੋਇਆ ਜੀ ਕਿ ਆਪਣੇ ਦੋਸਤ ਵਗੈਰਾ ਕਿਸੇ ਨੂੰ ਇੱਥੇ ਕਿਹੜੇ ਹੈ ਉਹਨਾਂ ਨੂੰ ਮਿਲ ਮੁਲ ਲਈਦਾ। ਹਾਂ, ਨਹੀਂ ਤੇ ਇੰਨਾ ਟਾਈਮ ਹੀ ਇੱਥੇ ਕਿਸੇ ਕੋਲ ਨਹੀਂ ਹੁੰਦਾ ਜੀ। ਕਦੀ ਮਤਲਬ ਤਨਖਾਹ ਦੇ ਵਿੱਚੋਂ ਕਦੀ ਆਪਣੇ ਉੱਤੇ ਕਦੀ ਇੱਥੇ ਪੈਸੇ ਲਾਏ? ਚਲੋ ਜੀ ਜਾ ਕੇ ਨਵੀਂ ਜੁੱਤੀ ਲੈ ਆਈਏ, ਅੱਜ ਚਲੋ ਫਿਲਮ ਵੇਖ ਆਈਏ, ਕਿ ਨਹੀਂ ਦਿਲ ਕਰਦਾ? ਜਾਂ ਦਿਲ ਕਰਦਾ ਲੇਕਿਨ? ਹਾਂਜੀ, ਦਿਲ ਤਾਂ ਆਦਮੀ ਦਾ ਕਰਦਾ ਜੀ। ਫਿਰ ਆਦਮੀ ਆਸਤਾ ਆਸਤਾ ਕਿਦੋਂ ਫਿਰ ਆਪਣੇ ਵੇਖਦਾ ਨਾ ਜੀ ਜ਼ਿੰਮੇਦਾਰੀਆਂ, ਉਸ ਤੋਂ ਫਿਰ ਬਾਅਦ ਨਾ ਜਿਹੜਾ ਆਸਤਾ ਆਸਤਾ ਛੱਡ ਦਿੰਦਾ ਸਾਰਾ ਕੁਝ ਹੀ। ਯਾਨੀ ਆਪਣਾ ਆਪ ਸਾਰੀ ਕੁਰਬਾਨ ਕਰ ਦਿੰਦਾ ਕਿ ਯਾਰ ਦਫਾ ਕਰੋ, ਮੈਂ ਨਹੀਂ ਕਰਦਾ, ਇਹ ਭੇਜ ਦਿਓ ਯਾਰ ਅਗਲਿਆਂ ਦੇ ਪੂਰੇ। ਬੰਦਾ ਪਹਿਲੋਂ ਜੀ ਹੁੰਦਾ ਨਾ ਜੀ, ਜਦੋਂ ਮਾਂ ਪਿਓ ਸਿਰ ਤੇ ਹੁੰਦੇ ਉਦੋਂ ਬੰਦਾ ਸਾਰਾ ਕੁਝ ਕਰਦਾ ਜੀ। ਇੱਥੇ ਬਾਹਰ ਸਭ ਕੁਝ ਕਰਦਾ ਹੈ। ਕਿਦੋਂ ਵੱਡੇ ਮੁੰਡਾ ਕਿਹੜਾ ਕਰਦਾ ਹੈ ਨਾ ਜੀ ਲੜਕਾ, ਉਹਦੇ ਵਾਸਤੇ ਤਾਂ ਸਾਰਾ ਕਿਦੋਂ ਉਹਦੇ ਸਿਰ ਤੇ ਜ਼ਿੰਮੇਵਾਰੀ ਪੈ ਜਾਂਦੀ ਹੈ ਨਾ, ਉਸ ਤੋਂ ਬਾਅਦ ਉਹ ਹਰ ਸ਼ਾ ਭੁੱਲ ਜਾਂਦਾ ਹੈ। ਕਿੰਨਾ ਚਿਰ ਵਾਲਦ ਵਗੈਰਾ ਹੋਣਗੇ ਉਹ ਪੂਰੇ ਸ਼ੌਕ ਕਰਦਾ ਜੀ। ਮੈਂ ਵੀ ਇਸੇ ਤਰ੍ਹਾਂ ਦੇ ਵਾਲਦ ਸਾਹਿਬ ਸੀਗੇ ਇੱਥੇ, ਮੈਨੂੰ ਕੋਈ ਸ਼ਿਆ ਦੀ ਪਰਵਾਹ ਨਹੀਂ ਸੀ। ਪਤਾ ਨਹੀਂ ਸੀ ਵੀ 5-6 ਸਾਲ ਮੇਰੇ ਨਾਲ ਰਹੇ, ਮੈਨੂੰ ਕੋਈ ਪਤਾ ਨਹੀਂ ਸੀ ਵੀ ਮੈਂ ਪ੍ਰਦੇਸ਼ ਵਿੱਚ ਆ, ਮੈਂ ਘਰ ਹਾਂ। ਵਾਲਦ ਸਾਹਿਬ ਫੌਤ ਹੋ ਗਏ? ਵਾਲਦ ਸਾਹਿਬ ਨੂੰ ਕਦੋਂ ਫੌਤ ਹੋਏ ਉਸ ਤੋਂ ਬਾਅਦ ਪਤਾ ਲੱਗਿਆ ਮੈਂ ਹੁਣ ਪ੍ਰਦੇਸ਼ ਕੱਟਣ ਲੱਗਾ। ਹਾਂ, ਕੀ ਸਭ ਤੋਂ ਵੱਡਾ ਫਰਕ ਕੀ ਆਇਆ ਜ਼ਿੰਦਗੀ ਦੇ ਵਿੱਚ ਜਦੋਂ ਵਾਲਦ ਸਾਹਿਬ ਚਲੇ ਗਏ? ਉਸ ਤੋਂ ਪਹਿਲਾਂ ਰਿਲੈਕਸ ਸੀ, ਕੋਈ ਟੈਨਸ਼ਨ ਨਹੀਂ ਸੀਗੀ। ਉਹ ਇਹ ਸਾਰਾ ਕੁਝ ਕਰਦੇ ਸੀਗੇ। ਉਸ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਸਿਰ ਤੇ ਪੈ ਗਈਆਂ। ਆਪਣਾ ਖਿਆਲ ਕਰ, ਭੈਣਾਂ ਭਰਾਵਾਂ ਦਾ ਖਿਆਲ, ਛੋਟੇ ਸੀ ਉਹਨਾਂ ਦਾ ਖਿਆਲ ਕਰ ਜੀ। ਬਸ ਇਸੇ ਵਿੱਚ ਹੀ ਟਾਈਮ ਦਾ ਪਤਾ ਹੀ ਨਹੀਂ ਚੱਲਿਆ। ਇਸੇ ਤਰ੍ਹਾਂ ਬਸ ਚੱਲ ਰਿਹਾ ਜੀ। ਤੇ ਜਦੋਂ ਇਕੱਲਾ ਬਹਿਣਾ ਮਤਲਬ ਹੋ ਗਏ ਤੁਸੀਂ, ਹੋਰ ਵੀ ਹੋਣਗੇ ਨਾਲ ਪਰਦੇਸੀ ਭਰਾ ਤੇਰੇ ਨਾਲ ਕੰਮ ਕਰਨ ਵਾਲੇ, ਜਦੋਂ ਇਕੱਲੇ ਬਹਿੰਦੇ ਹੋ ਤੇ ਕੀ ਗੱਲਾਂ ਕਰਦੇ ਹੋ ਆਪਸ ਵਿੱਚ? ਜਾਂ ਬਸ ਐਵੇਂ ਹੱਸਾ ਖੇਡਾ ਹੀ ਲੱਗੇ ਰਹਿੰਦੇ ਹੋ? ਇਸੇ ਤਰ੍ਹਾਂ ਜੀ, ਫਿਰ ਟਾਈਮ ਥੋੜਾ ਹੱਸ ਖੇਲ ਕੇ ਟਾਈਮ ਪਾਸ ਹੋ ਜਾਂਦਾ ਇੱਥੇ।
ਉਹ ਤੇ ਫਿਰ ਟੈਨਸ਼ਨਾਂ ਤਾਂ ਬਾਕੀ ਮੁੱਕਦੀਆਂ ਨਹੀਂ ਨਾ ਜੀ। ਕਦੀ ਨਵਾਂ ਜਿਹੜਾ ਬੰਦਾ ਆਂਦਾ ਪਾਕਿਸਤਾਨ ਚੋਂ ਇੱਥੇ ਤੇ ਉਹ ਕਿੱਦਾਂ ਦਾ ਹੁੰਦਾ ਫਿਰ? ਉਹਦੀ ਕਿਹੜੀ ਉਹਦੇ ਦਿਮਾਗ ਵਿੱਚ ਹੁੰਦੀਆਂ ਗੱਲਾਂ? ਸਰ ਜੀ ਮੈਂ ਇੱਥੇ ਇਹ ਵੀ ਬੰਦਾ ਵੇਖਿਆ ਜੀ, ਮੇਰੇ ਪਿੰਡ ਦੇ ਹੀ ਮੁੰਡੇ ਆ ਤੇ ਉਹਨੂੰ ਤਕਰੀਬਨ 1.5 ਸਾਲ ਹੋ ਗਿਆ ਇਹਨੂੰ। ਅੱਛਾ, ਉਹਦਾ ਹਜੇ ਕੰਮ ਨਹੀਂ ਲੱਗਿਆ। 1.5 ਸਾਲ ਹੋ ਗਿਆ ਜਦੋਂ ਕੰਮ ਨਹੀਂ ਲੱਗਿਆ? ਹਾਂਜੀ। ਉਹ ਵਿਚਾਰਾ ਕਦੀ ਕਿਤੇ ਦਿਹਾੜੀ ਲਾ ਕੇ ਆਉਂਦਾ, ਕਦੀ ਕਿਤੇ ਲਾ ਕੇ ਆਉਂਦਾ। ਇਸੇ ਤਰ੍ਹਾਂ 5-5 ਮਹੀਨੇ ਇੱਥੇ ਬਹਿੰਦੇ ਆ। ਕਿਹਦਾ ਤਾਂ ਕੋਈ ਅੱਗੇ ਹੈ ਸੰਭਾਲਣ ਵਾਲਾ, ਉਹ ਤਾਂ ਕੋਈ ਚਲੋ ਕਿਤੇ ਨਾ ਕਿਤੇ ਜੁਗਾੜ ਲਾ ਲੈਂਦਾ ਹੈ। ਕਿਹਦਾ ਨਹੀਂ ਹੈ ਉਹ ਵਿਚਾਰੇ ਇਸੇ ਤਰ੍ਹਾਂ ਹੀ ਰੋਲਦੇ ਆ। ਉੱਥੇ ਤਾਂ ਕਹਿੰਦੇ ਨੇ ਜੀ ਉੱਥੇ ਕੰਮ ਬਹੁਤ ਹੈ, ਇਸ ਤਰ੍ਹਾਂ ਬਹੁਤ ਹੈ, ਲੇਕਿਨ ਇੱਥੇ ਆ ਕੇ ਬੜਾ ਔਖਾ ਹੋ ਜਾਂਦਾ ਹੈ। ਮੈਂ ਇੱਕ ਵਾਰੀ ਉੱਥੇ ਲਾਹੌਰ ਏਅਰਪੋਰਟ ਤੇ ਸੀਗਾ ਜੀ, ਉੱਥੇ ਕੋਈ ਰਿਜ਼ਲਟ ਚੜਾਉਣ ਆਇਆ ਸੀ ਮੁੰਡੇ ਸੀ ਨਾ, ਨਵੇਂ ਮੁੰਡੇ ਸਾਰੇ ਸੀਗੇ। ਉਹਨਾਂ ਨੂੰ ਮੈਂ ਉਹਨੂੰ ਬੜਾ ਕੁਝ ਕਹਿ ਰਿਹਾ ਜੀ, ਉੱਥੇ ਤੁਸੀਂ ਜਾਓਗੇ ਤੁਹਾਨੂੰ ਅੱਗੇ ਜੀ ਇਸ ਤਰ੍ਹਾਂ ਬੰਦੇ ਲੈ ਕੇ ਜਾਣਗੇ, ਜਾਂਦੇ ਤੁਹਾਡਾ ਇਸ ਤਰ੍ਹਾਂ ਹੋਏਗਾ, ਇਸ ਤਰ੍ਹਾਂ ਹੋਏਗਾ। ਮੈਂ ਉੱਪਰ ਖਲੋਤਾ ਦੇਖ ਰਿਹਾ ਸੀ ਉਹਨਾਂ ਨੂੰ। ਮੈਂ ਉਹਨੂੰ ਪੁੱਛਿਆ ਕਿੱਥੇ ਜਾ ਰਿਹਾ? ਸੌਦੀ। ਮੇਰਾ ਹਾਸਾ ਨਿਕਲ ਗਿਆ ਜੀ। ਅੱਛਾ। ਉਹਨੇ ਬੜਾ ਟਿਕਾ ਗਿਆ ਜੀ, ਸੌਦੀ ਅਰਬ ਅੱਜ ਜੱਦਾ ਜਾ ਰਹੇ। ਮੈਂ ਕਿਹਾ ਅੱਛਾ ਜੀ। ਅੱਛਾ। ਮੈਨੂੰ ਕਹਿੰਦਾ ਤੂੰ ਹੱਸਦਾ ਕਿਉਂ? ਮੈਂ ਕਿਹਾ ਹੱਸਦਾ ਮੈਂ ਵੀ ਉੱਥੋਂ ਹੀ ਆਇਆ ਵਾਂ। ਹਾਂ, ਇਹ ਕਿਹੜੇ ਤੈਨੂੰ ਖਾਬ ਦਿਖਾ ਰਿਹਾ ਨਾ, ਇਹ ਉੱਥੋਂ ਕੁਝ ਵੀ ਨਹੀਂ ਹੋਣਾ। ਅੱਛਾ, ਉੱਥੇ ਤੂੰ ਸੌਣਾ ਹੀ ਨਹੀਂ ਜੇ ਤੈਨੂੰ ਖਾਬ ਆਣਗੇ। ਹਾਂਜੀ। ਹੈ? ਹਾਂ, ਮੈਂ ਕਿਹਾ ਇੱਥੋਂ ਤੁਹਾਨੂੰ ਕੁਝ ਵੀ ਨਹੀਂ ਇਹੋ ਜਿਹਾ ਲੱਭਣਾ। ਕਿੱਦਾਂ ਤੁਹਾਨੂੰ ਕੰਪਨੀ ਕਰਨ ਲੱਗੇ ਨਾ ਗਏ, ਕਿੰਨੇ ਤੈਨੂੰ ਸਬਜ਼ ਬਾਗ ਦਿਖਾ ਰਹੇ ਆ, ਇਹ ਅੱਗੇ ਕੁਝ ਵੀ ਨਹੀਂ, ਇਹ ਸਾਰਾ ਉਲਟਾ ਹੀ ਹੋਣਾ ਇਸ ਦੇ। ਨਹੀਂ, ਸਹੀ ਕੀ ਤਰੀਕਾ ਹੈ? ਮਤਲਬ ਜ਼ਾਹਰੀ ਗੱਲ ਹੈ ਇੱਥੇ ਕੁਝ ਐਸੇ ਲੋਕ ਵੀ ਤਾਂ ਹੋਣਗੇ ਨਾ ਜਿਹੜੇ ਆਏ ਨੇ, ਸਹੀ ਕਮਾ ਰਹੇ ਨੇ, ਉਹ ਮਤਲਬ ਉਹ ਕੀ ਸਹੀ ਤਰੀਕਾ ਹੁੰਦਾ? ਸਰ ਜੀ ਇੱਕ ਤਾਂ ਹੈ ਨਾ ਕੰਪਨੀ ਦਾ ਬੰਦਾ ਆਦਮੀ ਚਲੋ ਦੇਖੇ ਕੋਈ ਕੰਪਨੀ ਚੰਗੀ ਹੈ। ਹਾਂ। ਕਿੱਦਾਂ ਅਸੀਂ ਹੁਣ ਸ਼ੁਰੂ ਦੇ ਆਏ ਸੀ, ਅਸੀਂ ਪਹਿਲੇ ਆਜ਼ਾਦ ਹੀ ਆਏ ਸੀਗੇ, ਆਜ਼ਾਦ ਵੀਜ਼ੇ ਤੇ ਆਏ ਸੀ ਤੇ ਸਾਡੇ ਕੰਮ ਦਾ ਕੋਈ ਪਤਾ ਨਹੀਂ ਸੀ। ਕਿਸੇ ਵਕਤ ਵੀ ਸਾਨੂੰ ਕਹਿਣ ਵੀ ਓਕੇ ਵੀ ਤੁਸੀਂ ਜਾਓ। ਉਹ ਆਸਤਾ ਆਸਤਾ ਮਿਹਨਤ ਕੀਤੀ, ਸਾਨੂੰ ਕੰਪਨੀ ਨੇ ਟ੍ਰਾਂਸਫਰ ਸਾਡਾ ਕਰਵਾ ਲਿਆ ਸੀ ਕੰਪਨੀ ਵਿੱਚ। ਹੁਣ ਅਲਹਮਦੁਲਿਲਾ ਸੀ ਕਿ ਬਿਹਤਰ। ਇਸੇ ਤਰ੍ਹਾਂ ਜਾਂ ਤੇ ਕੰਪਨੀ ਦਾ ਵੀਜ਼ਾ ਵੇਖ ਕੇ ਆਉਣ ਵੀ ਅੱਛੀ ਕੰਪਨੀ ਦਾ, ਸਾਰਾ ਪੈਕੇਜ ਵਗੈਰਾ ਵੇਖ ਕੇ ਆਉਣ ਵੀ ਹਾਂ ਵੀ ਕੀ ਦੇ ਰਹੇ ਕੀ ਹੈ, ਤੇ ਆਜ਼ਾਦ ਤਾਂ ਜਾਂ ਫਿਰ ਕੋਈ ਬੰਦਾ ਅੱਗੇ ਸੰਭਾਲਣ ਵਾਲਾ ਹੋਵੇ। ਸਹੀ। ਕੰਪਨੀ ਦੇ ਥਰੂ ਆਉਣਗੇ ਤਾਂ ਚਲੋ ਫਿਰ ਇਹ ਆ ਵੀ ਉਹਨਾਂ ਨੂੰ ਕਾਮੇ ਸ਼ਾਮੇ ਦੀ ਪਰ ਇਹ ਟੈਨਸ਼ਨ ਨਹੀਂ ਹੋਏਗੀ ਮੈਡੀਕਲ ਦੀ। ਆਜ਼ਾਦ ਬੰਦੇ ਵਾਸਤੇ ਮੈਡੀਕਲ ਹੀ ਮੁਸ਼ਕਲ ਹੋ ਜਾਂਦਾ ਜੀ ਇੱਥੇ। ਸਹੀ ਗੱਲ ਆ, ਸਹੀ ਗੱਲ ਆ। ਮੈਡੀਸਨ ਇੰਨਾ ਮਹਿੰਗਾ ਹੈ, ਆਦਮੀ ਨਹੀਂ ਲੈ ਸਕਦਾ ਆਜ਼ਾਦ ਬੰਦਾ ਤਾਂ। ਸਹੀ ਗੱਲ। ਉਹ ਤੋਂ ਫਿਰ ਹਸਪੀਟਲ ਤੋਂ ਜਾ ਹੀ ਨਹੀਂ ਸਕਦਾ ਨਾ ਜੀ। ਬਾਕੀ ਜਿਹੜੀ ਫਿਰ ਫੀਸਾਂ ਹੈ ਕਾਮੇ ਦੀ, ਹਾਂਜੀ ਕਾਮੇ ਦੀਆਂ ਫੀਸਾਂ ਹੁਣ ਤਕਰੀਬਨ 12-14 ਹਜ਼ਾਰ ਵਾਲਾ ਇਹ ਕਾਮੇ ਦੀ ਫੀਸ। ਤੇ ਫਿਰ ਕੀ ਕਮਾਏਗਾ ਤੇ ਕੀ ਖਾਏਗਾ ਤੇ ਕੀ ਘਰ ਭੇਜੇਗਾ? ਸਾਰੀ ਗੱਲ ਹੈ ਜੀ। ਇੱਥੇ ਤਾਂ ਫਿਰ ਇਸੇ ਤਰ੍ਹਾਂ ਹੀ ਆ ਵੀ ਇੱਥੇ ਕਮਾ ਲਿਆ, ਉਹ ਮਗਲ ਨੂੰ ਘੱਲ ਦਿੱਤਾ, ਆਪ ਖਾ ਲਿਆ ਬਸ। ਫਿਰ ਕਿਉਂ ਨਹੀਂ ਸਮਝ ਆਉਂਦੀ? ਮਤਲਬ ਤੁਸੀਂ ਹਰ ਬੰਦਾ ਗੱਲ ਕਰ ਰਿਹਾ ਕਿ ਯਾਰ ਅੱਲਾ ਦੇ ਬੰਦੇ ਉਹ ਧਿਆਨ ਨਾਲ ਆਇਆ ਕਰੋ, ਕੋਈ ਮਤਲਬ ਫਿਰ ਸਮਝ ਕਿਉਂ ਨਹੀਂ ਆਉਂਦੀ? ਉੱਥੇ ਜੀ ਕਿਸ ਨੂੰ ਸਮਝਾਓ ਨਾ ਜੀ, ਉਹ ਕਹਿ ਰਹੇ ਕਿ ਤੁਸੀਂ ਕਿਹੜਾ ਨਾ ਜੀ, ਆਪ ਤੁਸੀਂ ਉੱਥੇ ਇਕੱਠੇ ਕਰੀ ਜਾਂਦੇ ਹੋ। ਹਾਂ। ਕਿ ਸਾਨੂੰ ਕਹਿੰਦੇ ਤੁਸੀਂ ਨਾ ਆਓ। ਹਾਂ। ਆਪ ਤੁਸੀਂ ਉੱਥੇ ਲਵੇਟੀ ਜਾਂਦੇ ਹੋ। ਇਹ ਨਹੀਂ ਪਤਾ ਵੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਜੀ। ਯਾਨੀ ਤੂੰ ਦੇਖੋ ਨਾ ਕਿ ਮਤਲਬ ਤੇਰਾ ਹੁਣ ਜਿਹੜਾ ਅਗਰ ਦੇਖੀਏ 44 ਸਾਲ ਹੋ ਗਏ, ਯਾਨੀ ਬੜਾ ਟਾਈਮ ਹੈ। ਹੁਣ ਮੈਂ ਇਸ ਵਕਤ ਆਇਆ ਸੀ, ਚਲੋ ਅਗਰ ਮੈਂ ਵੀ ਨਵਾਂ ਬੰਦਾ ਹੁੰਦਾ ਮੈਂ ਵੀ ਤੰਗ ਹੁੰਦਾ ਜੀ। ਚਲੋ ਮੇਰੇ ਵਾਲਦ ਸਾਹਿਬ ਸੀਗੇ, ਮੈਨੂੰ ਇੱਧਰ ਉੱਧਰ ਕਰਕੇ ਉਹਨਾਂ ਨੇ ਕੰਮ ਲਗਵਾ ਦਿੱਤਾ, ਤਾਂ ਮੈਂ ਉਸ ਤੋਂ ਫਿਰ ਚੱਲਦਾ ਰਿਹਾ ਉਸ ਟਾਈਮ। ਅਗਰ ਨਵਾਂ ਹੁੰਦਾ ਤਾਂ ਫਿਰ ਇਸੇ ਤਰ੍ਹਾਂ ਸੀ ਜੀ। ਬੱਚੇ ਹਨ? ਨਹੀਂ, ਬੱਚਾ ਮੇਰਾ ਕੋਈ ਨਹੀਂ ਜੀ। 7 ਸਾਲ ਹੋ ਗਏ ਸ਼ਾਦੀ ਨੂੰ। ਅੱਛਾ। ਤੇ ਕੀ ਨਾ ਬੇਗਮ ਨਾਲ ਕੀ ਅਕਸਰ ਗੁਫ਼ਤਗੂ ਹੁੰਦੀ ਹੈ ਭਰਜਾਈ ਨਾਲ ਕਿ ਵਾਪਸ ਆ ਜਾ, ਕੀ ਕਰਨਾ ਚਾਹੀਦਾ ਹੈ? ਜਾਂ ਉਹ ਤੇ ਕਹਿ ਰਹੇ ਹੁੰਦੇ ਕਈ ਦਫਾ ਜੀ, ਫਿਰ ਉਹਨਾਂ ਨੂੰ ਸਮਝਾਈਦਾ ਵੀ ਕਿ ਅੱਗੇ ਹਾਲਾਤ ਵੇਖ ਲਓ ਕੀ ਉੱਥੇ ਮੁਲਕ ਦੇ ਕੀ ਹਾਲਾਤ ਹੈ। ਉੱਥੇ ਬੰਦਾ ਖਾਣਾ ਵੀ ਨਹੀਂ ਹੁਣ ਪੂਰਾ ਕਰ ਸਕਦਾ ਜੀ। ਕਿ ਅਗਰ ਕਹੋ ਨਾ ਜੀ ਕਿ ਲੇਬਰ ਤਬਕਾ ਉੱਥੇ ਕਿਹੜਾ ਹੈ, ਉਹਦੇ ਵਾਸਤੇ ਬਹੁਤ ਮੁਸ਼ਕਿਲ ਹੋ ਗਿਆ ਨਾ ਜੀ। ਚਲੋ ਕੋਈ ਆਦਮੀ ਕੋ ਥੋੜਾ ਬਹੁਤ ਸੇਵਿੰਗ ਹੋਵੇ, ਬੰਦਾ ਕੋਈ ਕਾਰੋਬਾਰ ਕਰ ਲਵੇ, ਉਸ ਦੇ ਬਾਅਦ ਵੀ ਤਜਰਬਾ ਚਾਹੀਦਾ ਪਹਿਲਾਂ। ਸਹੀ ਹੈ। ਇੱਥੋਂ ਜਾ ਕੇ ਬੰਦਾ ਉੱਥੇ ਕਾਮਯਾਬ ਹੋਣਾ ਬਹੁਤ ਔਖਾ ਹੋ ਜਾਂਦਾ ਹੈ। ਸਹੀ ਗੱਲ ਹੈ। ਪਹਿਲੇ ਤਾਂ ਉੱਥੇ ਦੀ ਰੂਟੀਨ ਨਾਲ ਨਹੀਂ ਆਦਮੀ ਹੋ ਸਕਦਾ ਜੀ। ਹੁਣ ਇੱਥੇ ਅਸੀਂ ਜਾਂਦੇ ਨੇ ਛੁੱਟੀ ਜਾ ਰਹੇ ਤੇ ਸਾਨੂੰ 1 ਮਹੀਨੇ ਵਿੱਚ ਸਾਡੀ ਰੂਟੀਨ ਹੀ ਨਹੀਂ ਸਿੱਧੀ ਹੁੰਦੀ। ਅਸੀਂ ਆਪਣੇ ਹਿਸਾਬ ਨਾਲ ਉੱਠ ਜਾਂਦੇ, ਉਹ ਆਪਣੇ ਹਿਸਾਬ ਨਾਲ ਉੱਠਦੇ। ਹਾਂ। ਸਾਡੇ ਨਾਸ਼ਤੇ ਦੀ ਰੂਟੀਨ ਨਹੀਂ ਰਲਦੀ ਉਹਨਾਂ ਨਾਲ। ਸਹੀ ਗੱਲ ਹੈ। ਸਹੀ ਹੈ। ਬਾਕੀ ਰੂਟੀਨ ਕੀ ਰਲਣੀ ਹੈ? ਹਾਂ।
ਮੈਂ ਜਦੋਂ ਪਹਿਲੀ ਛੁੱਟੀ ਗਿਆ ਸੀ, ਮੈਂ 4.5 ਸਾਲ ਬਾਅਦ ਗਿਆ। ਹਾਂ ਮੇਰੇ ਭਾਈ ਦੋਨੋਂ ਸੋ ਰਹੇ ਸੀ, ਮੈਂ ਉਹਨਾਂ ਨੂੰ ਸਵੇਰ ਜਗਾਤਾ। ਅੱਛਾ ਮੈਂ ਕਿਹਾ ਉੱਠੋ, ਤੁਸੀਂ ਸੁੱਤੇ ਪਏ ਹੋ। ਹਾਂ ਤੇ ਉਸ ਟਾਈਮ ਮੇਰਾ ਛੋਟਾ ਭਾਈ ਕਿਹੜਾ ਨਾ ਜੀ, ਉਹ ਦੁਕਾਨ ਉਹਨੇ ਵਰਕਸ਼ਾਪ ਬਣਾਈ ਸੀ ਉੱਥੇ ਵੈਲਡਿੰਗ ਦੀ, ਠੀਕ ਹੈ ਉਹ ਵੀ ਇੱਥੇ ਹੁੰਦਾ ਦਮਾਮ। ਅੱਛਾ ਤੇ ਉਹਨੂੰ ਮੈਂ ਠਾਲਿਆ, ਮੈਂ ਕਿਹਾ ਉੱਠੋ, ਤੁਸੀਂ ਸੁੱਤੇ ਪਏ ਹੋ। ਹਾਂ ਤਕਰੀਬਨ ਸਵੇਰ 6 ਵਜੇ। ਉਹ ਮੈਨੂੰ ਕਹਿੰਦਾ ਸੌਂ ਜਾ ਯਾਰ ਤੂੰ, ਉਹ ਟਾਈਮ ਨਾਲ ਕਹਿੰਦਾ ਠਾਲ ਦਿੱਤਾ। ਮੈਂ ਕਿਹਾ ਤੂੰ ਕੰਮ ਤੇ ਨਹੀਂ ਜਾਣਾ? ਹਾਂ ਕਹਿੰਦੇ ਅਸੀਂ ਜਾ ਕੇ ਸ਼ਹਿਰ ਖੋਲਣਾ ਜੀ ਉੱਥੇ। ਮਾਰਕੀਟ ਕਹਿੰਦੇ 2 ਵਜੇ ਖੁੱਲਣੀ, ਤੂੰ ਸਾਨੂੰ ਹੁਣੀ ਰਿਪੋਰਟ ਰੱਖ। ਹੋਲੇ ਅੱਛਾ ਅੱਛਾ ਸਹੀ ਹੈ। ਇਹ ਤੇ ਗੱਲ ਹੈ ਜੀ ਉੱਥੇ। ਹਾਂ ਨਾ ਮਤਲਬ ਟਾਈਮ ਨਾਲ ਰੋਟੀ ਖਾਣੀ, ਨਾਲ ਟਾਈਮ ਨਾਲ ਉੱਠਣਾ ਤੇ ਨਾ ਉਹ ਉਹਨਾਂ ਜੀ ਉਹਨਾਂ ਦੀ ਰੂਟੀਨ ਹੀ ਹੋਰ ਹੈ। ਸਾਡੀ ਇੱਥੇ ਰੂਟੀਨ, ਅਸੀਂ ਸਵੇਰ ਫਜਰ ਦੀ ਨਮਾਜ਼ ਟਾਈਮ ਉੱਠ ਖੜੇ ਹੁੰਦੇ, ਸੁਬਹ 4:30 ਵਜੇ ਅਸੀਂ ਉੱਠਦੇ ਹਾਂ। ਸਹੀ ਹੈ ਤੇ ਉਹਨਾਂ ਨੂੰ ਉੱਠਣਾ ਹੁੰਦਾ 7 ਵਜੇ। ਸਹੀ ਹੈ ਸਹੀ ਹੈ। ਹਾਂ ਤੇ ਫਿਰ ਤੇ ਅਸੀਂ ਉੱਥੇ ਜਾ ਕੇ, ਹੁਣ ਮੈਂ ਛੁੱਟੀ ਜਾਂਦਾ, ਮੈਂ ਸਵੇਰ ਉਹ ਆਪਣੇ ਪੱਕੇ ਡਿਊਟੀ ਟਾਈਮ ਆਟੋਮੈਟਿਕ ਅੱਖ ਖੁੱਲ ਜਾਂਦੀ ਹੈ। ਆਦਤ ਬਣੀ ਹੈ। ਤੇ ਉਹਨਾਂ ਨੇ ਉੱਠਣਾ ਹੁੰਦਾ ਲੇਟ ਜੀ। ਹਾਂ ਅੱਗੋਂ ਉਹਨਾਂ ਨੂੰ ਬੰਦਾ ਕੁਝ ਕਹਿ ਵੀ ਨਹੀਂ ਸਕਦਾ। ਉਹ ਬੰਦਾ 1 ਮਹੀਨਾ ਜਾ ਕੇ ਕੀ ਕਹਿਣਗੇ, ਉਹ ਕਹਿੰਦੇ ਤਾਂ ਉਹ ਮੇਰਾ ਛੋਟਾ ਭਾਈ ਹੁੰਦਾ ਸੀ ਨਾ ਜੀ, ਛੋਟਾ ਭਾਈ ਹੈ ਨਾ ਜੀ, ਉਹਨੂੰ ਮੈਂ ਅਬੂ ਮੇਰੇ ਇੱਥੋਂ ਗਏ ਨਾ ਜੀ, ਹਾਂ ਉਹ ਮੈਨੂੰ ਵੀ ਕਹਿੰਦੇ ਰਹਿੰਦੇ, ਮੈਂ ਵੀ ਥੋੜਾ ਆਇਆ ਨਾ ਕਹਿੰਦਾ ਢਿੱਲਾ ਟਾਈਪ ਹੈ ਜੀ। ਹਾਂ ਉਹ ਮੈਨੂੰ ਕਹਿੰਦਾ ਕਿਹੜਾ ਕੰਮ ਹੁੰਦਾ ਉਸੇ ਟਾਈਮ ਕਰ ਲਿਆ ਕਰੋ। ਹਾਂ ਤੇ ਉੱਥੇ ਜਾ ਕੇ ਉਹ ਨਿੱਕਾ ਭਾਈ, ਉਹ ਵੀ ਲਾਡਲਾ ਸੀ ਸਾਰਿਆਂ ਦਾ। ਹਾਂ ਤੇ ਉਹਨੂੰ ਕਹਿਣਾ ਜੀ, ਉਹਨਾਂ ਨੇ ਕਹਿਣਾ ਕਰ ਲੈਂਦੇ ਜੀ ਇੰਜ ਜੀ ਇੰਜ। ਉਹ ਬਸ ਐਸੇ ਇੱਕ ਦਿਨ ਮੈਨੂੰ ਕਹਿੰਦਾ ਭਾਈ, ਮੈਂ ਵੀ ਛੁੱਟੀ ਗਿਆ, ਮੈਨੂੰ ਕਹਿੰਦਾ ਭਾਈ ਅੱਬੂ ਕਿਤੇ ਉੱਥੇ ਫੌਜ ਵਿੱਚ ਨਹੀਂ ਸੀਗੇ? ਅੱਛਾ ਮੈਂ ਕਿਹਾ ਕੀ ਹੋਇਆ? ਹਾਂ ਕਹਿੰਦਾ, ਉਹ ਕਹਿੰਦਾ ਬਸ ਕਿਹੜੀ ਗੱਲ ਕੋ ਉਸੇ ਟਾਈਮ ਯੈਸ ਸਰ ਹੋਣੀ ਚਾਹੀਦੀ, ਨੋ ਸਰ ਤਾਂ ਹੋਣੀ ਚਾਹੀਦੀ ਨਹੀਂ। ਉਹ ਅੱਛਾ ਕਿ ਕਿਹੜਾ ਕੰਮ ਕੋ ਉਸੇ ਟਾਈਮ ਹੋ ਜਾਣਾ ਚਾਹੀਦਾ। ਹਾਂ ਮੈਂ ਕਿਹਾ ਉੱਥੇ ਰੂਟੀਨ ਬਣੀ ਹੈ ਨਾ ਆਦਮੀ ਦੀ, ਵੀ ਕਿਸ ਤਰ੍ਹਾਂ ਤੁਸੀਂ ਰੂਟੀਨ ਹੈ ਵੀ ਮੇਰੀ, ਹੂੰ ਕਿ ਉਹ ਆਦਮੀ ਉਸ ਦੇ ਹਿਸਾਬ ਨਾਲ ਚੱਲਦਾ ਹੈ ਜੀ। ਉਹਨਾਂ ਨੂੰ ਨਹੀਂ ਪਤਾ ਵੀ ਕਿ ਉੱਥੇ ਕਿਸ ਹਿਸਾਬ ਨਾਲ ਚੱਲਦੀ ਪਈ ਦੁਨੀਆ। ਬਿਲਕੁਲ ਸਹੀ ਹੈ ਬਿਲਕੁਲ ਅਸੀਂ ਤਾਂ, ਮੈਂ ਕਿਹਾ ਸਾਨੂੰ ਤੇ ਆਦਤ ਬਣੀ, ਹੁਣ ਸਾਨੂੰ ਇੰਨਾ ਚਿਰ ਹੋ ਗਿਆ, ਅਸੀਂ ਤਾਂ ਉਸ ਹਿਸਾਬ ਨਾਲ ਕਹਿਣਾ ਵੀ ਸਾਡੇ ਹਿਸਾਬ ਨਾਲ ਸਾਰੇ ਸੈੱਟ ਹੋਣ। ਸਹੀ ਹੈ ਬਿਲਕੁਲ ਸਹੀ ਹੈ। ਲੇਕਿਨ ਉਹ ਤੇ ਫਿਰ ਨਹੀਂ ਉਹ ਕਰ ਸਕਦੇ ਨਾ ਜੀ, ਉਸ ਹਿਸਾਬ ਨਾਲ ਐਡਜਸਟ ਸਾਡੇ ਹਿਸਾਬ ਨਾਲ ਨਹੀਂ ਹੋ ਸਕਦੇ। ਹੂੰ ਪਹਿਲੇ ਸਾਨੂੰ ਉਹਨਾਂ ਦੇ ਹਿਸਾਬ ਨਾਲ ਐਡਜਸਟ ਹੋਵਾਂਗੇ ਤੇ ਫਿਰ ਕੋਈ ਅੱਗੇ ਅਸੀਂ ਕਰ ਸਕਦੇ ਹਾਂ। ਸਹੀ ਗੱਲ ਆ। ਜਾਂ ਤਾਂ ਬੰਦਾ 1-2 ਸਾਲ ਬਾਅਦ ਚੱਲ ਜਾਵੇ ਪੱਕਾ, ਫਿਰ ਤਾਂ ਚਲੋ ਜਾ ਕੇ ਬੰਦਾ ਹੋ ਜਾਂਦਾ ਜੀ। ਤੇ ਐਡੇ ਇੰਜ ਦੇ ਬੰਦੇ ਤੂੰ ਵੇਖੇ ਜਿਹੜੇ ਇੱਥੇ ਆ ਕੇ 2-4 ਸਾਲ ਬਾਅਦ ਚਲੇ ਜਾਣ? ਇੱਥੇ ਨਹੀਂ ਜਾਂਦੇ ਜੀ। ਹਾਂ ਨਹੀਂ ਜੀ, ਦਿਲ ਨਹੀਂ ਕਰਦਾ ਯਾਰ? ਮੈਂ ਤਾਂ ਜ਼ਿਆਦਾਤਰ ਆਪਣੇ ਅੱਬੂ ਦੇ ਦੋਸਤ ਵੇਖੇ ਕਿ ਨਾ 30 ਸਾਲ 25 ਸਾਲ ਇਦਾਂ ਹੀ ਗਏ ਆ ਜੀ। 30-25 ਸਾਲ 40 ਹਾਂਜੀ, ਇਸੇ ਤਰ੍ਹਾਂ ਕੇ ਬੁੱਢੇ ਹੋ ਕੇ ਤੇ ਫਿਰ ਚਲੇ ਗਏ। ਅੱਬੂ ਮੇਰੇ ਦੋਸਤ ਸੀਗੇ, ਉਹਨਾਂ ਦੇ ਬੱਚੇ ਵੀ ਇੱਥੇ ਸੀ ਪਹਿਲਾਂ ਜੀ। ਉਹ ਇੱਕ ਦਫਾ ਸਾਰੇ ਹੀ ਚਲੇ ਗਏ। ਅੱਛਾ ਪਿਛਲੇ ਦਿਨ ਮੈਂ ਇੱਥੇ ਮਾਰਕੀਟ ਵਿੱਚ ਗਏ, ਉਹਨਾਂ 2 ਬੱਚੇ ਉੱਥੇ ਤੁਰੇ ਫਿਰਦੇ ਸੀ। ਉਹਦੇ ਹਾਂਜੀ, ਇੱਕ ਵਾਰੀ ਫੈਮਿਲੀ ਪੂਰੀ ਚਲ ਗਈ ਜੀ। ਅੱਛਾ ਉੱਥੇ ਜਾ ਕੰਮ ਸ਼ਮ ਕੀਤਾ, ਮੈਂ ਕਿਹਾ ਕੰਮ ਸ਼ਮ ਨਹੀਂ ਹੋਗਾ ਸੈੱਟ। ਹਾਂ ਉਹ 2 ਬੱਚੇ ਦੁਬਾਰਾ ਆ ਗਏ ਜੀ। ਮੈਨੂੰ ਮਾਰਕੀਟ ਮਿਲੇ, ਮੈਂ ਕਿਹਾ ਤੁਸੀਂ ਤਾਂ ਚੱਲ ਨਹੀਂ ਗਏ ਸੀ? ਕਹਿੰਦਾ ਅਸੀਂ ਦੁਬਾਰਾ ਆਏ ਹਾਂ। ਉੱਥੇ ਕੋਈ ਕੰਮ ਦਾ ਹਿਸਾਬ ਨਹੀਂ ਲੱਗਿਆ। ਬੜਾ ਵੱਡਾ ਦੁੱਖ ਨਹੀਂ ਕਿ ਬੰਦਾ ਨਾ ਇੱਥੋਂ ਦਾ ਰਹਿੰਦਾ ਨਾ ਉੱਥੋਂ ਦਾ। ਇਹੀ ਤੇ ਗੱਲ ਨਾ ਜੀ। ਇੱਥੇ ਚਲੋ ਹੁਣ ਸਾਨੂੰ ਇੱਥੇ ਦੇ ਅਸੀਂ ਆਦਤ ਸਾਨੂੰ ਪੈ ਗਈ ਨਾ ਜੀ। ਇੱਕ ਰੂਟੀਨ ਬਣ ਗਈ, ਜਦੋਂ ਨਾ ਕਿਸੇ ਨਾਲ ਲੈਣਾ ਨਾ ਕਿਸੇ ਨਾਲ ਦੇਣਾ, ਆਪਣਾ ਸਵੇਰ ਉੱਠਾ ਰੋਟੀ ਖਾਧੀ, ਕੰਮ ਤੇ ਗਿਆ, ਵਾਪਸ ਆ ਕੇ ਫਿਰ ਸੌਂ ਗਿਆ। ਉੱਥੇ ਤਾਂ ਵਿਹਲੀਆਂ ਟੈਨਸ਼ਨਾਂ ਨਹੀਂ ਮੁੱਕਦੀਆਂ ਜੀ। ਉਹ ਇਹਨੇ ਆ ਫਲਾਣੇ ਨੇ ਆ ਬੰਦਾ ਨੇ ਮੈਨੂੰ ਆਹ ਕੰਮ ਕਹਿਤਾ, ਆਹ ਗੱਲ ਕਹਿਤੀ, ਇਹਨੇ ਮੈਨੂੰ ਆਹ ਕਹਿਤੀ, ਇਹੀ ਨਹੀਂ ਟੈਨਸ਼ਨਾਂ ਮੁੱਕਦੀਆਂ ਜੀ ਵਿਹਲੇ ਬੰਦੇ। ਨਹੀਂ ਤੇ ਉੱਥੇ ਜਾਓ ਬੰਦੇ, ਫਿਰ ਬੰਦੇ ਨੂੰ ਸਮਝਾਓ ਕਿ ਯਾਰ ਇਹ ਕੀ ਗੱਲਾਂ ਕਰਦੇ, ਫਿਰ ਉਹ ਕਹਿੰਦੇ ਬਾਹਰੋਂ ਆ ਗਿਆ ਤੂੰ। ਉਹ ਕਹਿੰਦੇ ਪਾਗਲ ਹੋਇਆ, ਆ ਪੈਸੇ ਇਕੱਠੇ ਕਰਦਾ ਪਿਆ, ਸਾਨੂੰ ਕਹਿੰਦਾ ਵੀ ਨਾ ਕਰੋ। ਹਾਂ ਇਹਨੂੰ ਕੋਈ 4 ਪੈਸੇ ਦੇ ਹੱਥ ਲੱਗ ਗਏ ਤੇ ਉਹ ਸਿਆਣਾ ਬਣ ਗਿਆ। ਹਾਂਜੀ ਹੈ ਹਾਂਜੀ, ਆਪ ਨੂੰ ਪਹਿਲੇ ਰੋਟੀ ਨਹੀਂ ਆ ਕਹਿੰਦੇ ਸੀ ਇੱਥੇ ਕੋਈ ਉਹਨੂੰ ਪੁੱਛਦਾ ਨਹੀਂ ਹੁੰਦਾ। ਹਾਂ ਅੱਜ ਸਾਡੇ ਉੱਤੇ ਜਨਾਬ ਉਹ ਲੱਗ ਗਿਆ। ਮੈਂ ਵੀ ਉਦੋਂ ਕਿਦੋਂ ਉੱਥੇ ਸੀ, ਮੈਂ ਰੱਜ ਕੇ ਆਵਾਰਾ ਬੰਦਾ ਸੀ ਜੀ। ਕੋਈ ਕੰਮ ਮੈਨੂੰ ਨਹੀਂ ਪਤਾ ਸੀ ਵਾਲਾ ਸਾਹਿਬ ਮੇਰੇ ਕਿੱਦਾਂ ਕਮਾ ਰਹੇ, ਕੀ ਨਹੀਂ ਕਮਾ, ਕਿੱਦਾਂ ਕਰ ਰਹੇ। ਜਦੋਂ ਇੱਥੇ ਆਏ ਆ ਕੇ ਫਿਰ ਹਾਲਾਤ ਦੇਖੇ ਜੀ ਉਹਨਾਂ ਦੇ ਕਿਸ ਹਿਸਾਬ ਨਾਲ, ਤੇ ਉਸ ਤੋਂ ਬਾਅਦ ਕਿਹੜਾ ਨਾ ਜੀ ਅਕਲ ਆਈ ਵੀ ਨਹੀਂ ਯਾਰ ਇਹ ਤੇ ਅਸੀਂ ਗਲਤ ਕਰਦੇ ਰਹੇ ਹਾਂ। ਲੇਕਿਨ ਇਰਫਾਨ ਤੈਨੂੰ ਨਹੀਂ ਲੱਗਦਾ ਯਾਰ, ਠੀਕ ਹੁਣ ਪਰਦੇਸ ਸਿਰ ਪੈ ਤੇ ਗਿਆ, ਤੁਸੀਂ ਬਾਹਰ ਹੈਗੇ ਹੋ, ਲੇਕਿਨ ਬੰਦੇ ਨੂੰ ਥੋੜਾ ਆਪਣਾ ਖਿਆਲ ਵੀ ਰੱਖਣਾ ਚਾਹੀਦਾ ਹੈ। ਮਤਲਬ ਚਲੋ ਕੋਈ ਜਿਹੜੇ ਪੈਸੇ ਕਮਾ ਰਹੇ ਹੋ ਉਹਦੇ 'ਚੋਂ ਥੋੜ੍ਹੇ ਜਿਹੇ ਪੈਸੇ ਆਪਣੇ 'ਤੇ ਵੀ ਲਾ ਲਏ ਕਿ ਬੰਦਾ ਸਿਹਤ ਦੇ ਉੱਤੇ, ਆਪਣੀ ਖੁਸ਼ੀ ਵਾਸਤੇ। ਜੀ ਹੁਣ ਅਸੀਂ ਕਰਦੇ ਹਾਂ। ਅੱਗੇ ਪਹਿਲਾਂ ਸੈਲਰੀ ਦੇ ਹਿਸਾਬ ਵੀ ਹੁੰਦਾ ਨੇ, ਸੈਲਰੀ ਥੋੜੀ ਕਿੰਨੀ ਹੁੰਦੀ ਉਸ ਹਿਸਾਬ ਨਾਲ ਫਿਰ ਬੰਦੇ ਨੂੰ ਸਾਰਾ ਆਪਣਾ ਕਿਹੜਾ ਨਾ ਜੀ ਉਹ
ਲਾਉਣੀ ਪੈਂਦੀ ਤਰਤੀਬ ਵੀ ਕੀ ਕਰਨਾ ਕੀ ਨਹੀਂ ਕਰਨਾ। ਵੀ ਯਾਨੀ ਸਭ ਤੋਂ ਪਹਿਲੇ ਆਪਣਾ ਘਰ ਦੇਖਣਾ ਤੇ ਹਾਂਜੀ, ਉਸ ਤੋਂ ਬਾਅਦ ਕੋਈ ਬਚ ਗਈ ਸ਼ਾਇਦ ਤੇ ਆਪਣੇ ਵਾਸਤੇ ਰੱਖ ਲਈ, ਨਹੀਂ ਤੇ ਹਾਂਜੀ ਸਭ ਤੋਂ ਪਹਿਲਾਂ ਤੇ ਉਹ ਨਾ ਜੀ ਮਗਰਲੇ। ਹਾਂ। ਮੇਰਾ ਇੱਕ ਮਾਸੜ ਹੁੰਦਾ ਸੀ, ਉਹ ਵੀ 30-35 ਸਾਲ ਕੱਢ ਕੇ ਗਿਆ ਜੀ। ਤੋ ਇੱਕ ਦਿਨ ਮੈਨੂੰ ਫੋਨ ਉਹਦਾ ਆਇਆ, ਮੈਨੂੰ ਕਹਿੰਦਾ ਉੱਥੇ ਸਾਲਗਿਰਾਂ ਚੱਲਦੀਆਂ ਪਈਆਂ ਵਾ। ਅੱਛਾ ਅੱਛਾ। ਉਹਨਾਂ ਮੇਰੀ ਬਾਬਾ ਨਾ ਜੀ ਪਿਆਰ ਬਹੁਤ ਹੈ ਜੀ। ਹੁਣ ਮੈਂ ਜਾਵਾਂਗੀ ਤੇ ਉਹਨਾਂ ਮੈਂ ਮਿਲ ਕੇ ਲਾਜ਼ਮੀ, ਹੁਣ ਮੈਨੂੰ ਲੇਟ ਹੋਏ ਮੈਨੂੰ ਫੋਨ ਕਰਕੇ ਕਹਿੰਦਾ ਤੂੰ ਮੈਨੂੰ ਮਿਲ ਕੇ ਜਾ। ਹਾਂ। ਤੇ ਮੈਨੂੰ ਇੱਕ ਦਿਨ ਫੋਨ ਕਰਕੇ ਕਹਿੰਦਾ ਉੱਥੇ ਤਾਂ ਸਾਲਗਿਰਾਂ ਚੱਲਦੀਆਂ ਪਈਆਂ। ਮੈਂ ਕਿਹਾ ਅੱਛਾ ਜੀ। ਕਹਿੰਦਾ ਭੈਣ ਜੋ ਅਸੀਂ ਕਾਹਦੇ ਬਾਹਰ ਆ, ਬਾਹਰ ਤੇ ਉਹ ਆ। ਕਹਿੰਦਾ ਹਾਂ ਸਹੀ ਗੱਲ। ਇਹਨਾਂ ਨੂੰ ਪਤਾ ਵੀ ਮਹੀਨੇ ਬਾਅਦ ਇੰਨੇ ਆ ਜਾਣੇ ਆ। ਇੰਨੇ ਆ ਜਾਣੇ ਨੇ ਤੇ ਕੋਈ 4 ਬਾਅਦ ਵੀ ਕਹਿਣਾ ਤੇ ਉਹ ਵੀ ਪਤਾ ਹੈ ਕਿ ਇਹਨੇ ਕਰ ਦੇਣਾ, ਭਾਵੇਂ ਤੁਹਾਨੂੰ ਤਨਖਾਹ ਲੱਭੇ ਜਾਂ ਨਾ ਲੱਭੇ, ਭਾਵੇਂ ਓਵਰ ਟਾਈਮ ਬਹੁਤਾ ਲੱਗੇ ਨਾ ਲੱਗੇ। ਹਾਂਜੀ ਹੈ ਤੁਸੀਂ ਇੱਥੇ ਕਰਜ਼ਾ ਝਾੜ ਲੈਣਾ ਸਿਰ ਦੇ ਉੱਤੇ। ਕੋਈ ਅਸੀਂ ਲੋਕ ਵੀ ਥੋੜੇ ਗਲਤ ਆ ਨਾ ਜੀ। ਅਸੀਂ ਲੋਕ ਵੀ ਥੋੜਾ ਵੇਖ ਲੈਂਦੇ, ਸਾਡੇ ਕੋਲ ਹੁਣ ਸੈਲਰੀ ਦੇ ਹਿਸਾਬ ਨਾਲ ਅਸੀਂ ਉਹਨੇ ਖਰਚੇ ਵਧਾਈ ਜਾਂਦੇ ਆ। ਹੁਣ ਕਹਿੰਦੇ ਆਹ ਕਰ ਲਓ ਜੀ। ਲੱਗੇ ਅਸੀਂ ਦੇਖਣਾ ਕੁਝ ਨਹੀਂ ਹੁੰਦਾ। ਸਹੀ ਗੱਲ। ਇੱਕ ਮਹੀਨੇ ਵਿੱਚ ਜਾ ਕੇ ਇਸਤੇਮਾਲ ਨਹੀਂ ਤੁਸੀਂ ਮਤਲਬ ਜਿਹੜਾ ਬੰਦਾ ਬਾਹਰ ਬੈਠਾ ਹੈ ਉਹ ਤੇ ਸੁਲਾ ਹੀ ਮਾਰਦਾ ਨਾ ਕਿ ਯਾਰ ਮਤਲਬ ਉਹ ਫਿਰ ਸੁਲਾ ਕਰ ਲੈਂਦੇ ਨੇ, ਕਹਿੰਦਾ ਠੀਕ ਹੈ ਜੀ ਤੂੰ ਆਪ ਹੀ ਕਿਹਾ ਜੀ ਉਹਨਾਂ ਨੂੰ ਵੀ ਕਦੇ ਨਹੀਂ ਕਿਹਾ ਕਿ ਚਲੋ ਯਾਰ ਤੂੰ ਕਿ ਨਹੀਂ ਤੂੰ ਇਤਨਾ ਔਖਾ ਹੋ ਰਿਹਾ ਤੇ ਨਹੀਂ ਅਸੀਂ ਇਤਨਾ ਹੀ ਪੈਸੇ ਰੱਖਾਂਗੇ, ਸਾਨੂੰ ਜ਼ਿਆਦਾ ਨਾ ਦੇ ਕੁਝ ਆਪਣੇ। ਤੈਨੂੰ ਕਦੇ ਨਹੀਂ ਕਿਸੇ ਕਿਹਾ ਇਰਫਾਨ ਆਪਣੇ ਤੇ ਵੀ ਲਾਇਆ ਕਰ ਕੋਈ ਪੈਸੇ? ਨਹੀਂ ਅਲਹਮਦੁਲਿਲਾ ਜੀ, ਮੇਰੇ ਘਰ ਵਾਲੀ ਠੀਕ ਹੈ ਜੀ। ਘਰ ਵਾਲੀ ਠੀਕ? ਹਾਂਜੀ। ਬਾਕੀ ਹੋਰ ਕੋਈ ਨਹੀਂ ਕਹਿੰਦਾ ਕਿ ਇਰਫਾਨ ਆਪਣੇ ਤੇ ਵੀ ਲਾਇਆ? ਨਹੀਂ ਮੇਰੇ ਭੈਣ ਭਰਾ ਵੀ ਕਹਿੰਦੇ ਜੀ। ਹੁਣ ਮੇਰਾ ਭਾਈ ਇੱਥੇ, ਮੈਂ ਕਿਦੋਂ ਤੋਂ ਮੇਰਾ ਭਾਈ ਆਏ ਨੇ ਉਸ ਟਾਈਮ ਦਾ ਬਿਲਕੁਲ ਠੀਕ ਹੋ ਗਿਆ। ਠੀਕ ਹੋ ਗਿਆ ਮੈਂ ਕਿਉਂਕਿ ਮੇਰਾ ਪਹਿਲੇ ਮਤਲਬ ਕੱਲਾ ਮੇਰਾ ਸੀ, ਮੈਂ ਕੱਲਾ ਸੀ, ਮੇਰੇ ਤੇ ਸਾਰੇ ਜ਼ਿੰਮੇਵਾਰੀ ਮੇਰੇ ਤੇ ਸੀਗੀਆਂ। ਜਦੋਂ ਦਾ ਉਹ ਆਇਆ ਨਾ ਜੀ ਮੈਨੂੰ ਸਾਹ ਆ ਗਿਆ ਮਤਲਬ ਚਲੋ ਇਕੱਲੇ ਹੋਇਆ ਜਾ ਕੇ ਉਹਨੂੰ ਮਿਲ ਆਇਆ। ਨਹੀਂ ਉਹ ਬਾਕੀ ਖਰਚੇ ਮਰਚੇ ਵੀ ਕਿਹੜੇ ਕਰਦੇ ਨਾ ਜੀ ਸਾਰੇ। ਅੱਛਾ ਅੱਛਾ। ਅਸੀਂ ਘਰੋਂ ਇਕੱਠੇ ਹੀ ਆ, ਉਹ ਵੀ ਸ਼ਾਦੀशुदा ਵੇ, ਮੈਂ ਵੀ ਆ। ਠੀਕ ਹੈ ਜੀ। ਸਾਡੇ ਕੋਲ 4-5 ਜੀ ਹੈ ਜੀ ਟੋਟਲ। ਠੀਕ ਹੈ। ਬੇਗਮ ਇੱਕ ਉਹਦੀ, ਇੱਕ ਮੇਰੀ। 4-5 ਜੀ ਵੀ ਬੜੇ ਹੁੰਦੇ ਨੇ। ਲੇਕਿਨ ਇਹ ਹੈ ਨਾ ਕਿ ਉਸ ਹਿਸਾਬ ਨਾਲ ਫਿਰ ਕੋਈ ਲੇਬਲ ਹੋ ਜਾਂਦਾ, ਕੋਈ ਅੱਧਾ ਖਰਚਾ ਉਹ ਦੇ ਜਾਂਦਾ, ਅੱਧਾ ਮੈਂ ਹੀ ਦੇ ਜਾਂਦਾ। ਮਤਲਬ ਹੁਣ ਮਿਲ ਜੁਲ ਕੇ ਚੱਲ ਰਹੇ, ਮਿਲ ਜੁਲ ਕੇ। ਹਾਂਜੀ ਮਿਲ ਜੁਲ ਕੇ ਚੱਲ। ਇਕੱਲੇ ਬੰਦੇ ਵਾਸਤੇ ਤਾਂ ਫਿਰ ਔਖਾ ਹੋ ਜਾਂਦਾ ਨਾ ਜੀ ਬਹੁਤ ਜ਼ਿਆਦਾ। ਸਹੀ ਗੱਲ ਹੈ। ਹੁਣ ਇਹ ਹੈ ਵੀ ਉਸ ਦੇ ਆਉਣ ਨਾਲ ਥੋੜਾ ਮੈਂ ਰਿਲੈਕਸ ਹੋ ਗਿਆ ਜੀ। ਠੀਕ ਹੈ। ਆ ਮਤਲਬ ਹੁਣ ਪਹਿਲੇ ਕਿਵੇਂ ਸੀ, ਮਤਲਬ ਹੁਣ ਕੀ ਕਰਦੇ ਹੋ ਤੁਸੀਂ? ਦੋਸਤ ਯਾਰ ਬਹਿ ਕੇ ਕੋਈ ਖਾਣੇ ਪੀਣੇ ਦਾ ਕੀ ਕੁਛ ਹਾਂਡੀ ਵਾਲੀ ਹੁੰਦੀ ਹੈ, ਕੀ ਕਰਦੇ ਹੋ? ਖਾਣੇ ਦਾ ਇਸੇ ਤਰ੍ਹਾਂ 4-5 ਹੈ ਦੋਸਤ, ਮਿਲ ਕੇ ਬਣਾ ਲਈਦੀ ਹੈ ਜੀ। ਸਹੀ ਹੈ। ਤੇ ਉਹ ਕਰ ਲਈ ਦੀ ਮਤਲਬ ਪਹਿਲੇ ਉਧਰ ਗਿਆ, ਫੈਕਟਰੀ ਗਿਆ, ਫੈਕਟਰੀ ਤੋਂ ਵਾਪਸ ਆਇਆ, ਵਾਪਸ ਆ ਕੇ ਫਿਰ ਵਾਰੀਆਂ ਲੱਗੀਆਂ ਕੀ ਮਤਲਬ? ਨਹੀਂ ਸਾਡੇ ਅਸੀਂ ਤਾਂ ਬਾਰੀਆਂ ਚਰੀਆਂ ਤੇ ਨਹੀਂ ਲਾਈਆਂ, ਅਸੀਂ ਤੇ ਮਿਲ ਕੇ ਕਰ ਲਈਦਾ ਨੇ ਜੀ। ਅੱਛਾ। ਮਿਲ ਕੇ ਕਰ ਲਈਏ ਤੇ ਫਿਰ ਜਲਦੀ ਹੋ ਜਾਂਦਾ ਜੀ। ਵਾਰੀ ਇਕੱਲੇ ਬੰਦੇ ਵਾਸਤੇ ਮੁਸ਼ਕਲ ਹੋ ਜਾਂਦੀ ਨਾ ਜੀ। ਠੀਕ ਹੈ। ਕਿਉਂ ਕੰਮ ਵੀ ਐਸੇ ਤਰ੍ਹਾਂ ਵੀ ਲੇਟ ਹੋ ਗਏ ਤਾਂ ਫਿਰ ਲੇਕਿਨ ਇਹ ਹੈ ਕਿ ਆਣਾ ਵਾਪਸ ਆ ਕੇ ਪਕਾਣਾ ਤੇ ਫਿਰ ਖਾਣਾ। ਨਹੀਂ ਜ਼ਿਆਦਾ ਇਹ ਕਿ ਅਸੀਂ ਡੇਲੀ ਤਾਂ ਨਹੀਂ ਬਣਦੀ ਜੀ ਸਿੱਧੀ ਗੱਲ। ਇੱਕ ਵਾਰੀ ਪਕਾ ਕੇ ਰੱਖ ਲਈ। ਹਾਂਜੀ। ਇਹ ਹਫਤੇ ਵਿੱਚ 2 ਵਾਰੀ ਬਣਾ ਲਈ, 3 ਵਾਰੀ ਬਣਾ ਲਈ। ਠੀਕ। ਅੱਛਾ 2 ਵਾਰੀ ਬਣਾ ਲਈ ਤੇ 2 ਦਿਨ ਖਾਂਦੇ ਰਹੇ, ਇੱਕ ਦਿਨ ਬਣਾ ਲਈ 2 ਦਿਨ ਖਾਂਦੇ ਰਹੇ। ਹਾਂਜੀ ਹਾਂਜੀ। ਫ੍ਰਿਜ 'ਚ ਰੱਖ ਛੱਡੀ। ਜੀ ਜੀ। ਠੀਕ ਹੋ ਗਿਆ। ਠੀਕ ਹੋ। ਕੋਈ ਡੇਲੀ ਤਾਂ ਬਣਦੀ ਨਹੀਂ ਨਾ, ਥੱਕੇ ਹੁੰਦੇ ਜੀ ਉਸ ਟਾਈਮ ਡੇਲੀ ਆ ਕਿੱਥੇ ਬਣਦੀ। ਤੇ ਜਦੋਂ ਪਾਕਿਸਤਾਨ ਸੀ ਉਦੋਂ ਨਹੀਂ ਸੀ ਕਹਿੰਦਾ ਮੈਨੂੰ ਤਾਜ਼ੀ ਬਣਾ ਕੇ ਦਿਓ ਰੋਟੀ? ਤੇ ਉੱਥੇ ਤਾਂ ਉਦੋਂ ਨਖਰੇ ਨਹੀਂ ਮਾਨਸੀ ਜੀ। ਹੈਂ? ਮੈਨੂੰ ਤਾਜ਼ੀ ਬਣਾ ਕੇ ਦਿਓ ਇਹ ਕਿਹੜੀ? ਉੱਥੇ ਅਸੀਂ ਨਖਰੇ ਬਹੁਤ ਕਰਦੇ ਹੁੰਦੇ ਨਾ ਜੀ। ਉੱਥੇ ਤੇ ਇੱਥੇ ਆ ਕੇ ਪਤਾ ਲੱਗਦਾ ਨਾ ਜੀ ਕੀ ਕਿ ਬੰਦਾ ਕਿਸ ਹਿਸਾਬ ਨਾਲ ਚੱਲਣਾ ਜੀ। ਕੀ ਇੱਥੇ ਤਾਂ ਹਰ ਸ਼ਾ ਬੰਦੇ ਨੂੰ ਜੋ ਲੱਭਦਾ ਬੰਦਾ ਖਾ ਲੈਂਦਾ ਜੀ। ਉੱਥੇ ਬੰਦਾ ਜਾ ਕੇ ਨਖਰੇ ਕਰਦਾ ਜੀ। ਸਹੀ ਕਿ ਅਸੀਂ ਆਹ ਨਹੀਂ ਖਾਣਾ, ਅਸੀਂ ਆਹ ਨਹੀਂ ਖਾਣਾ। ਇੱਥੇ ਜੋ ਮਿਲਦਾ ਕਹਿੰਦੇ ਠੀਕ ਹੈ ਬਿਸਮਿਲ੍ਲਾ ਆਉਣ ਦਿਓ ਜੀ। ਠੀਕ ਹੈ। ਠੀਕ ਹੋ ਗਿਆ। ਅੱਛਾ ਹੁਣ ਜਿਹੜੇ ਪਾਕਿਸਤਾਨੋਂ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਤੂੰ ਕੀ ਕਹਿਣਾ ਚਾਹੁੰਦਾ? ਬਿਲਕੁਲ ਹੀ ਨਾ ਆਉਣ ਜਾਂ ਕੀ ਕਰਨਾ? ਨਹੀਂ ਉਹ ਆਉਣ ਜੀ, ਲੇਕਿਨ ਆਪਣਾ ਦੇਖ ਕੇ ਕੰਪਨੀ ਅੱਛੀ ਹੋਵੇ, ਕੋਈ ਆਪਣਾ ਕੰਮ ਕਰ ਦੇਖ ਕੇ ਆਉਣ। ਕਿ ਵੀ ਇਸੇ ਤਰ੍ਹਾਂ ਵੀ ਕਹਿਣ ਵੀ ਮੈਂ ਜਾ ਰਿਹਾ ਵਾਂ ਤੇ ਉਹ ਫਿਰ ਆ ਕੇ ਪਹਿਲਾਂ ਤੰਗ ਹੀ ਹੋਣਗੇ ਜੀ। ਤੰਗ ਲਾਜ਼ਮੀ ਹੋਣਗੇ। ਤੰਗ ਇੱਕ ਵਾਰੀ ਲਾਜ਼ਮੀ ਹੋਣਗੇ ਜੀ। ਕੰਪਨੀਆਂ ਵਿੱਚ ਵੀ ਇਸੇ ਤਰ੍ਹਾਂ ਨਹੀਂ ਜੀ। ਕੰਪਨੀਆਂ ਵਿੱਚ ਪੁਰਾਣੇ ਬੰਦੇ ਦੇ ਨਹੀਂ ਕਹਿੰਦੇ ਨਵਾਂ ਆ ਕੇ ਟਿਕ ਜਾਵੇ ਜੀ। ਉਹ ਵੀ ਪਹਿਲਾਂ ਕਹਿੰਦੇ ਵੀ ਕਿ ਉਹ ਇੱਕ ਵਾਰੀ ਇਹਨੂੰ ਜ਼ਰਾ ਇਹ ਨਾਸੀ ਜਾਵੇ ਤਾਂ ਚੰਗੀ ਗੱਲ ਹੈ। ਹਾਂ ਨਹੀਂ ਤੇ ਇਹ ਆ ਕੇ ਨਹੀਂ ਕਿਤੇ ਮੇਰੀ ਤਨਖਾਹ ਵੀ ਕਿਤੇ ਨਾ। ਹਾਂਜੀ ਹੈ। ਹਾਂਜੀ ਹਾਂਜੀ। ਉਹ ਤਾਂ ਇਹ ਕਹਿਣਗੇ ਵੀ ਹਾਂ ਇਹ ਟਿਕ ਗਿਆ ਤਾਂ ਕੀ ਪਤਾ ਮੈਨੂੰ ਕੱਢ ਦੇਣ ਵੀ, ਮੈਨੂੰ ਕੱਢ ਦੇਣ। ਸਹੀ ਹੈ। ਸਹੀ ਹੈ। ਵੀ ਇਹ ਦਿਲ 'ਚ ਸੋਚ ਕੇ ਆਉਣ ਵੀ ਕਿ ਮੈਂ ਵੀ ਜਾ ਕੇ ਮਿਹਨਤ ਇੱਕ ਵਾਰੀ ਕਰਨੀ ਆ ਤਾਂ ਫਿਰ ਹੀ ਕੋਈ ਗੱਲ ਬਣਨੀ ਹੈ। ਤੇ ਜਿਹੜੇ
ਇੱਕ ਤੇ ਜਿਹੜਾ ਆ ਰਿਹਾ ਹੈ ਤੇ ਜਿਹੜੇ ਉਹਨੂੰ ਘੱਲ ਰਹੇ ਨੇ ਤੇ ਜਿਹੜੇ ਪਿਛਲੇ ਨੇ ਉਹਨਾਂ ਵਾਸਤੇ ਕੀ? ਉਹ ਵੀ ਥੋੜਾ ਆਪਣਾ ਹਿਸਾਬ ਰੱਖਣ ਜੀ, ਵੀ ਕਿ ਉਹ ਇਹ ਪਤਾ ਨਹੀਂ ਕਿਸ ਤਰ੍ਹਾਂ ਨੇ ਜਾ ਕੇ ਉੱਥੇ ਕਰਨਾ ਜੀ, ਕੀ ਆਪਣੇ ਉਹ ਕਿਸ ਹਿਸਾਬ ਨਾਲ ਗੁਜ਼ਾਰਾ ਕਰ ਰਹੇ ਉਸ ਹਿਸਾਬ ਨਾਲ ਗੁਜ਼ਾਰਾ ਕਰਨ। ਇਹ ਨਹੀਂ ਕਿ ਵੀ ਉਹ ਬੱਚਤ ਹੀ ਤਾਂ ਹੋਣੀ ਹੈ ਨਾ, ਕਿ ਮਤਲਬ ਜਦੋਂ ਆਇਆ ਹੈ ਤੇ ਠੀਕ ਹੈ, ਅਗਰ ਉਹਨੂੰ ਕੋਈ ਤਨਖਾਹ ਲੱਗ ਵੀ ਗਈ ਹੈ ਤੇ ਉਹ ਥੋੜਾ ਆਪਣਾ ਬਜਟ ਕੰਟਰੋਲ ਵਿੱਚ ਰੱਖੇ, ਕਿ ਵੀ ਉਹਨੂੰ ਕੋਸ਼ਿਸ਼ ਕਰਨ ਵੀ ਕਿ ਉਹਨੂੰ ਬਚਤ ਹੋ ਜਾਏ ਤੇ ਕੁਛ ਹੈ ਹੈ। ਕਿ ਉਹਨੂੰ ਅਗਲੇ ਨੂੰ ਬੁਲਾ ਲੈਣ ਵਾਪਸ। ਲੇਕਿਨ ਇਹ ਗੱਲ ਤੇ ਹੈ ਹੀ ਨਹੀਂ ਕਿ ਵੀ ਬਚਤ ਕਰਕੇ ਵੀ ਉਹਨੂੰ ਬੁਲਾ ਲੈਣ। ਨਹੀਂ ਹੁੰਦਾ। ਨਹੀਂ, ਇਹ ਤੇ ਬਿਲਕੁਲ ਨਹੀਂ ਹੁੰਦਾ ਜੀ। ਤੇ ਦਿਲ ਨਹੀਂ ਕਰਦਾ ਕਿ ਮਤਲਬ ਤੇਰਾ ਕਿ ਮਤਲਬ ਬੇਗਮ ਨੂੰ ਕਿਤੇ ਇੱਥੇ ਹੀ ਲੈ ਆਵਾਂ, ਇੱਥੇ ਹੀ ਰਹੀਏ? ਬੇਗਮ ਨੂੰ ਦਿਲ ਤੇ ਕਰਦਾ ਜੀ, ਅੱਗੇ ਲਿਆਂਤੇ ਸੀ ਇੱਕ ਵਾਰੀ, ਹਾਂ, ਫਿਰ ਕਿਤੇ ਟਰਾਈ ਕਰਾਂਗੇ ਜੀ, ਫਿਰ ਟਰਾਈ ਕਰੋਗੇ ਇਨਸ਼ਾਅੱਲਾ। ਯਾਨੀ ਹੁਣ ਅਲਹਮਦੁਲਿਲਾ ਹੱਥ ਖੁੱਲਾ, ਅਲਹਮਦੁਲਿਲਾ ਜੀ। ਹੁਣ ਜੀ ਆ 14 ਔਖਾ ਵਕਤ ਲੰਘ ਗਿਆ ਜੀ। ਹਾਂ, ਲੇਕਿਨ ਉਹਦੇ ਬਾਵਜੂਦ ਮਤਲਬ ਜਿਹੜਾ ਹੈ ਨਾ ਕਿ ਦਿਲ ਤੇ ਫਿਰ ਆਦਮੀ ਦਾ ਕਰਦਾ ਜੀ ਕਿ ਮੈਂ ਆਪਣਾ ਮੁਲਕ, ਤੇ ਫਿਰ ਆਪਣਾ ਮੁਲਕ ਹੁੰਦਾ ਜੀ। ਨਹੀਂ ਮਤਲਬ ਗੱਲ ਇਹ ਹੁਣ ਵਕਤ ਤੇ ਗੁਜ਼ਰੀ ਜਾ ਰਿਹਾ ਨਾ, ਮਤਲਬ ਵਕਤ ਤੇ ਨਹੀਂ ਖਲੋਤਾ, ਵਕਤ ਨੇ ਇੰਤਜ਼ਾਰ ਤੇ ਨਹੀਂ ਕਰਨਾ ਕਿ ਇਰਫਾਨ ਪੈਰਾਂ ਤੇ ਖਲੋ ਜਾਏ। ਇਹ ਵਕਤ ਨੇ ਇੰਤਜ਼ਾਰ ਨਾ, ਤੁਹਾਡੀ ਉਮਰ ਨੇ ਇੰਤਜ਼ਾਰ ਕਰਨਾ ਇੱਕ ਵਾਰੀ ਫਿਰ ਇਰਫਾਨ ਪੈਰਾਂ ਤੇ ਖਲੋ ਜਾਏ ਤੇ ਫਿਰ ਮੈਂ ਅੱਗੇ ਟੁਰਾਂਗੀ। ਵਕਤ ਤੇ ਗੁਜ਼ਰਦਾ ਜਾ। ਮੈਂ ਕਦੋਂ ਆਇਆ ਸੀ, ਮੇਰੀ ਦਾੜੀ ਸਾਰੀ ਕਾਲੀ ਸੀ, ਬਾਲ ਕਾਲੇ ਸੀ, ਦਾੜੀ ਸਾਰੀ ਚਿੱਟੀ ਇੱਥੇ ਹੋ ਗਈ ਜੀ। ਉਹੀ ਨਾ, ਮਤਲਬ ਬੰਦੇ ਨੇ ਟੈਨਸ਼ਨਾਂ ਵਿੱਚ ਹੀ ਬੰਦਾ ਜੀ ਡਿੱਗ ਜਾਂਦਾ ਇੱਥੇ। ਹੋਰ ਨਾ ਹੋਵੇ, ਬਸ ਟੈਨਸ਼ਨਾਂ ਹੀ ਕਿਹੜੀਆਂ ਨਾ ਜੀ ਬੰਦੇ ਨੂੰ ਵੈਸੇ ਘਟਾਉਂਦੇ ਜੀ। ਜਦੋਂ ਪਾਕਿਸਤਾਨ ਜਦੋਂ ਤੁਹਾਨੂੰ ਲੋਕੀ ਨਹੀਂ ਕਹਿੰਦੇ ਤੂੰ ਤੇ ਬਾਹਰ ਹੈ, ਤੈਨੂੰ ਕਾਹਦੀਆਂ ਟੈਨਸ਼ਨਾਂ, ਤੇਰਾ ਤੇ। ਹਾਂਜੀ, ਉਹ ਤਾਂ ਕਹਿੰਦੇ ਆ। ਹਾਂ, ਉਹ ਕਹਿੰਦੇ ਯਾਰ ਤੂੰ ਸਾਨੂੰ ਸਾਡੇ ਵਾਸਤੇ ਆਹ ਚੀਜ਼ ਨਹੀਂ ਘੱਲ ਲਿਆ ਸਕਦਾ। ਹਾਂ, ਇਹ ਨਹੀਂ ਪਤਾ ਵੀ ਇਹ ਉੱਥੇ ਪਤਾ ਨਹੀਂ ਲੈਂਦਾ ਕਿ ਨਹੀਂ ਲੈਂਦਾ ਜੀ। ਅੱਛਾ, ਫਰਮਾਇਸ਼ਾਂ ਕੀ ਹੁੰਦੀਆਂ ਨੇ ਜਦੋਂ ਤੂੰ ਛੁੱਟੀ ਜਾਣ ਲੱਗਾ? ਹੁਣ ਤੇ ਫਰਮਾਇਸ਼ਾਂ ਘਟ ਗਈਆਂ, ਹੁਣ ਕਿਹੜਾ ਟੈਕਸ ਵਗੈਰਾ ਲੱਗੇ ਨੇ ਜੋ। ਅੱਛਾ, ਹੁਣ ਕਿਹੜੀ ਨਾ ਜੀ, ਹੁਣ ਤੇ ਕੋਈ ਸਕੂਨ ਹੈ ਜੀ। ਅੱਛਾ, ਨਹੀਂ ਤੇ ਅੱਗੇ ਮੋਬਾਈਲ ਤਾਂ ਪੱਕੇ ਸੀ ਨਾ ਜੀ। ਅੱਛਾ, ਮੋਬਾਈਲ ਲੈ ਕੇ ਆਏ? ਹਾਂਜੀ। ਅੱਛਾ, ਹੁਣ ਇਹ ਹੈ ਕਿ ਹੁਣ ਕੀ ਹੋ ਸਕਦਾ, ਜਦ ਪਰਫਿਊਮ ਹੀ ਹੈ ਨਾ ਜੀ। ਹਾਂ, ਇਦਾਂ ਦੀ ਫਰਮਾਇਸ਼ਾਂ ਤਾਂ ਹੁੰਦੀਆਂ ਹੀ ਜੀ। ਫਰਮਾਇਸ਼ਾਂ ਲਾਜ਼ਮੀ ਹੁੰਦੀਆਂ, ਉਹ ਤਾਂ ਕੋਈ ਨਾ ਕੋਈ ਆਉਂਦੀ ਰਹਿੰਦੀ ਨੇ। ਹਾਂ, ਇਹ ਸ਼ੁਰੂ 'ਚ ਨਹੀਂ ਕਹਿਣਗੇ, ਪਤਾ ਲੱਗੇ ਉਹਨੇ ਛੁੱਟੀ ਹੋਣਾ, ਫਿਰ ਨਹੀਂ ਕਹਿਣਗੇ, ਜਦੋਂ ਦਿਹਾੜੇ ਦੇ ਨੇੜੇ ਆਉਂਦੇ ਜਾਣਗੇ ਨਾ ਜੀ, ਅੱਛਾ, ਫਿਰ ਫਰਮਾਇਸ਼ਾਂ ਚੋਣੀਆਂ ਸ਼ੁਰੂ ਹੁੰਦੀ ਰਹਿੰਦੀਆਂ। ਹਾਂ, ਕੋਈ ਮੈਸੇਜ ਆਏਗਾ, ਕੋਈ ਫੋਨ ਸੁਣਾਏਗਾ, ਸਰਕਾਰ ਆ ਰਹੇ ਹੋ, ਕਦੋਂ ਆ ਰਹੇ ਹੋ, ਮੈਂ ਉਧਰ ਪਿਆ ਤੁਹਾਡੇ ਵਾਸਤੇ। ਹਾਂਜੀ, ਹੈ, ਇਹ ਤਾਂ ਹੈ ਜੀ। ਫਿਰ ਚਲ